नीच मूर्खारे मान कराओ तुद उपरे मेरे प्रीतम प्यारे हम अपराधी सद भूलते तुम बख्शन हारे दंडाउत बंधन अनक बार सर्ब कला समरथ डोलन ते रखो प्रभु नानक दे कर हाथ डोलन ते रखो प्रभु नानक दे कर हाथ सज्जन सच्चा पातशाह सिर सहंद साहो जिस पास बैठिया सोहिया सबना दा वेसाहो सतनाम श्री वाहिगुरु साहिब जी। श्लोक महला तीजा। सतगुर की प्रतीत न आईया शब्द न लागो पाओ ओ सुनो सुख न उपजा पहवे सौ गेड़ा आवो जाओ नानक गुरमुख सहज मिला सच्चे स्यों लेव लाओ सतगुर की प्रतीत न आईया शब्द न लागो पहाओ ओ सुनो सुख न उपजै पहावे सौ गेड़ा आवो जाओ नानक गुरमुख सहज मिला सच्चे स्यों लेव लाओ। वाहिगुरु जी का खालसा वाहिगुरु जी की फतेह। जुग जुग अटल लोक परलोक दे राखे चवर छतर तखत दे मालक दो जहान दे वाली निमाणियां दे मान निताणियां दे तान धन धन साहिब श्री गुरु ग्रंथ साहिब सच्चे पातशाह जी दी पावन पवित्र हजूरी च जुड़ बैठी गुरु रूप खालसा सत संगत जी एक बारी फिर सरबंस सदानी अमृत के दाते धन धन साहिब श्री गुरु गोबिंद सिंह महाराज वल्लों बख्शी फतेह प्रवान करो। वाहिगुरु जी का खालसा वाहिगुरु जी की फतेह।
ਜਿੰਨੇ ਕੋ ਆਪਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ ਬੈਠੇ ਆ, ਵੱਡੇ ਭਾਗਾਂ ਵਾਲੇ ਆ। ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਜੋ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਹੁਕਮ ਸਾਡੀ ਝੋਲੀ ਪਿਆ, ਉਸੇ ਹੀ ਹੁਕਮ ਦੇ ਵਿਚਾਰ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਆਪਾਂ ਸਾਂਝੀ ਕਰਨੀ ਹੈ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਵਡਹੰਸ ਕੀ ਵਾਰ। ਉਸ ਵਡਹੰਸ ਕੀ ਵਾਰ ਦੇ ਵਿੱਚ ਇਹ ਗੁਰੂ ਪਿਆਰਿਓ ਪਾਵਨ ਪਵਿੱਤਰ ਸ਼ਬਦ ਜਿਹੜਾ ਅਸੀਂ ਸੁਣਿਆ ਹੈ ਸੁਭਾਈਮਾਨ ਹੈ। ਇਸ ਪਾਵਨ ਸ਼ਬਦ ਵਿੱਚ ਕੀ ਸਮਝਾਉਂਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ ਔਰ ਆਪਣੀਆਂ ਹਿਰਦੇ ਰੂਪੀ ਝੋਲੀਆਂ ਦੇ ਵਿੱਚ ਭਰ ਕੇ ਲੈ ਜਾਣਾ ਹੈ। ਇਸ ਲਈ ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ ਔਰ ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨ ਲਾਗੋ ਭਾਉ। ਗੁਰੂ ਪਿਆਰਿਓ, ਵਡਹੰਸ ਕੀ ਵਾਰ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਉਹਦੀ 14ਵੀਂ ਪੌੜੀ ਹੈ ਤੇ 14ਵੀਂ ਪੌੜੀ ਦੇ ਨਾਲ 2 ਸ਼ਲੋਕ ਨੇ। ਸ਼ਲੋਕ ਜਿਹੜੇ ਨੇ ਉਹ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੈ। ਪਹਿਲੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਕੀ ਸਮਝਾਉਂਦੇ ਹੈ, ਸੁਣੋ ਗੁਰੂ ਪਿਆਰਿਓ ਧਿਆਨ ਦੇ ਨਾਲ। ਸ਼ਲੋਕ ਮਹੱਲਾ ਤੀਜਾ। ਸ਼ਲੋਕ ਕਾਵਿ ਰੂਪ ਹੈ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਉਚਾਰਨ ਹੈ। ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈਆ। ਜਿਸ ਨੂੰ ਸਤਿਗੁਰੂ ਦੀ ਪ੍ਰਤੀਤ ਨਹੀਂ ਆਈ। ਪ੍ਰਤੀਤ ਆਪਾਂ ਕਿਹਨੂੰ ਕਹਿੰਦੇ ਗੁਰੂ ਪਿਆਰਿਓ? ਭਰੋਸੇ ਨੂੰ, ਵਿਸ਼ਵਾਸ ਨੂੰ। ਜਿਹਨੂੰ ਸਤਿਗੁਰੂ ਤੇ ਵਿਸ਼ਵਾਸ ਹੀ ਹੈ ਨਹੀਂ, ਭਰੋਸਾ ਹੀ ਹੈ ਨਹੀਂ, ਉਹ ਸਿੱਖ ਹੋ ਸਕਦਾ? ਸਿੱਖ ਉਹ ਹੈ ਗੁਰੂ ਪਿਆਰਿਓ ਜਿਹੜਾ ਸਤਿਗੁਰੂ ਤੇ ਅਟੁੱਟ ਭਰੋਸਾ ਰੱਖਦਾ ਹੈ, ਅਟੁੱਟ ਵਿਸ਼ਵਾਸ ਰੱਖਦਾ ਹੈ। ਤੇ ਜਿਹੜਾ ਸਤਿਗੁਰੂ ਤੇ ਭਰੋਸਾ ਹੀ ਨਹੀਂ ਰੱਖਦਾ, ਜਿਹੜਾ ਸਤਿਗੁਰੂ ਤੇ ਵਿਸ਼ਵਾਸ ਹੀ ਨਹੀਂ ਰੱਖਦਾ, ਕੀ ਉਸ ਨੂੰ ਗੁਰੂ ਪਿਆਰਿਓ ਸਿੱਖ ਕਿਹਾ ਜਾ ਸਕਦਾ? ਜਿਹੜਾ ਇਹ ਗੱਲ ਕਹਿੰਦਾ ਹੈ ਕਿ ਆਹ ਜਿਹੜਾ ਸੰਸਾਰ ਦੇ ਵਿੱਚ ਜਿਹਨੂੰ ਜਗਤ ਮੇਰਾ ਪਿਓ ਕਹਿੰਦਾ ਹੈ, ਮੈਂ ਨਹੀਂ ਮੰਨਦਾ ਮੇਰਾ ਪਿਓ ਹੈਗਾ, ਕੀ ਉਹ ਪੁੱਤਰ ਅਖਵਾਉਣ ਦਾ ਹੱਕਦਾਰ ਹੈ? ਜਿਹਨੂੰ ਇਹੋ ਵਿਸ਼ਵਾਸ ਨਹੀਂ ਕਿ ਇਹ ਮੇਰਾ ਪਿਓ ਹੈ, ਉਹ ਪੁੱਤਰ ਅਖਵਾਉਣ ਦਾ ਵੀ ਹੱਕਦਾਰ ਨਹੀਂ ਹੈ। ਜਿਹੜਾ ਸਤਿਗੁਰੂ ਤੇ ਵਿਸ਼ਵਾਸ ਨਹੀਂ ਕਰਦਾ, ਸਤਿਗੁਰੂ ਤੇ ਭਰੋਸਾ ਨਹੀਂ ਰੱਖਦਾ, ਉਹ ਸਿੱਖ ਅਖਵਾਉਣ ਦਾ ਹੱਕਦਾਰ ਵੀ ਨਹੀਂ ਗੁਰੂ ਪਿਆਰਿਓ ਰਹਿ ਜਾਂਦਾ। ਤੇ ਇੱਕ ਗੱਲ ਚੇਤੇ ਰੱਖਣੀ ਹੈ ਗੁਰੂ ਪਿਆਰਿਓ ਕਿ ਸਤਿਗੁਰੂ ਮਨੁੱਖ ਨਹੀਂ ਹੈ। ਸਿੱਖ ਫਲਸਫੇ ਦੇ ਵਿੱਚ, ਸਿੱਖ ਵਿਚਾਰਧਾਰਾ ਦੇ ਵਿੱਚ ਸਤਿਗੁਰੂ ਮਨੁੱਖ ਨਹੀਂ ਹੈ।
ਨਾ ਮਨੁੱਖ ਕੋਈ ਸਤਿਗੁਰੂ ਹੋ ਸਕਦਾ। ਮਨੁੱਖ ਗੁਰੂ ਪਿਆਰਿਓ ਕੁਝ ਗੱਲਾਂ ਕਰਨ ਦੀ ਸਮਰੱਥਾ ਰੱਖਦਾ ਹੈ, ਕੁਝ ਗੱਲਾਂ ਕਰਨ ਦੀ ਸਮਰੱਥਾ ਨਹੀਂ ਰੱਖਦਾ। ਮਨੁੱਖ ਕੁਝ ਕੰਮ ਕਰਨ ਦੀ ਸਮਰੱਥਾ ਰੱਖਦੇ ਹੈ, ਕੁਝ ਕੰਮ ਕਰਨ ਦੀ ਸਮਰੱਥਾ ਨਹੀਂ ਰੱਖਦੇ। ਪਰ ਸਤਿਗੁਰੂ ਮਨੁੱਖ ਨਹੀਂ ਹੈ, ਇਸ ਕਰਕੇ ਸਤਿਗੁਰੂ ਸਭ ਕੁਝ ਕਰਨ ਦੀ ਸਮਰੱਥਾ ਰੱਖਦੇ ਆ। ਸਤਿਗੁਰੂ ਸਭ ਕੁਝ ਕਰਨ ਦੀ ਸਮਰੱਥਾ ਰੱਖਦੇ ਆ ਸਾਡੇ। ਤੇ ਜੇ ਸਤਿਗੁਰੂ ਤੇ ਭਰੋਸਾ ਹੀ ਨਹੀਂ, ਜੇ ਅਸੀਂ ਇਹੀ ਕਹੀ ਜਾਣਾ ਹੈ ਵੀ ਸਤਿਗੁਰੂ ਆ ਨਹੀਂ ਕਰ ਸਕਦਾ, ਸਤਿਗੁਰੂ ਨੇ ਆ ਨਹੀਂ ਕੀਤਾ ਹੋਣਾ, ਸਤਿਗੁਰੂ ਨੇ ਉਹ ਨਹੀਂ ਕੀਤਾ ਹੋਣਾ, ਉਹ ਭਾਈ ਸਤਿਗੁਰੂ ਮਨੁੱਖ ਨਹੀਂ ਹੈ। ਨਾ ਹੀ ਸਤਿਗੁਰੂ ਨੂੰ ਮਨੁੱਖ ਕਹਿਣ ਦੀ ਅਵੱਗਿਆ ਕਰਨੀ ਚਾਹੀਦੀ ਹੈ ਜਾਂ ਸਮਝਣ ਦੀ ਅਵੱਗਿਆ ਕਰਨੀ ਚਾਹੀਦੀ ਹੈ। ਸਤਿਗੁਰੂ ਸਭ ਕੁਝ ਕਰ ਸਕਦਾ ਹੈ। ਸਤਿਗੁਰ ਮੇਰਾ ਮਾਰ ਜੀਵਾਲੇ, ਕੀ ਨਹੀਂ ਕਰ ਸਕਦਾ ਸਤਿਗੁਰੂ? ਸਤਿਗੁਰੂ ਗੂੰਗੇ ਤੋਂ ਗੀਤਾ ਦੇ ਅਰਥ ਕਰਵਾ ਸਕਦਾ ਹੈ, ਗੂੰਗੇ ਨੂੰ ਬੋਲਣ ਲਾ ਸਕਦਾ ਹੈ। ਸਤਿਗੁਰੂ ਪਹਾੜ ਰੋਕ ਸਕਦਾ ਹੈ। ਇੱਕ ਪੱਥਰ ਤਾਂ ਬਹੁਤ ਛੋਟੀ ਚੀਜ਼ ਹੈ, ਜੇ ਪਹਾੜ ਵੀ ਆ ਜਾਏ ਨਾ ਸਤਿਗੁਰੂ ਦੇ ਪੰਜੇ ਅੱਗੇ, ਸਤਿਗੁਰੂ ਉਹ ਪਹਾੜ ਵੀ ਰੋਕ ਸਕਦਾ ਹੈ। ਜੇ ਅਸੀਂ ਕਹਿੰਦੇ ਪੱਥਰ ਹੀ ਨਹੀਂ ਰੋਕ ਸਕਦਾ, ਉਹ ਭਾਈ ਸਤਿਗੁਰੂ ਸਭ ਕੁਝ ਕਰ ਸਕਦੇ ਨੇ। ਇੱਕ ਤਾਂ ਸਤਿਗੁਰੂ ਤੇ ਭਰੋਸਾ ਰੱਖੋ, ਵਿਸ਼ਵਾਸ ਰੱਖੋ। ਤੇ ਜੇ ਸਤਿਗੁਰੂ ਕਰ ਹੀ ਕੁਝ ਨਹੀਂ ਸਕਦੇ ਤੇ ਫਿਰ ਅਸੀਂ ਸਤਿਗੁਰੂ ਕੋਲ ਕਿਉਂ ਆਵਾਂਗੇ? ਅਸੀਂ ਸਤਿਗੁਰੂ ਦੇ ਨਾਂ ਬਣੀਏ, ਸਤਿਗੁਰੂ ਕੋਲ ਨਾ ਆਈਏ। ਇਸ ਕਰਕੇ ਇਸ ਤਰ੍ਹਾਂ ਦੀਆਂ ਭਰਮ ਭਾਤੀਆਂ ਫਲਾਈਆਂ ਜਾਂਦੀਆਂ ਨੇ ਕਿ ਸਤਿਗੁਰੂ ਆ ਵੀ ਨਹੀਂ ਕਰ ਸਕਦੇ, ਸਤਿਗੁਰੂ ਆ ਵੀ ਨਹੀਂ ਕਰ ਸਕਦੇ। ਸਾਡੇ ਇਤਿਹਾਸ ਤੇ ਕਿੰਤੂ ਹੋਈ ਜਾਂਦਾ। ਗੁਰੂ ਨਾਨਕ ਸਾਹਿਬ ਨੇ ਆ ਨਹੀਂ ਕੀਤਾ ਹੋਣਾ, ਉਹ ਨਹੀਂ ਕੀਤਾ ਹੋਣਾ। ਉਹ ਭਾਈ ਗੁਰੂ ਨਾਨਕ ਸਾਹਿਬ ਨਿਰੰਕਾਰ ਦੇ ਰੂਪ ਸਨ ਤੇ ਉਹਨਾਂ ਨੇ ਨਿਰੰਕਾਰ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ ਹੈ। ਜਿਸ ਨਿਰੰਕਾਰ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ ਹੈ ਉਸ ਨਿਰੰਕਾਰ ਦੇ ਰੂਪ ਸਨ। ਤੇ ਨਿਰੰਕਾਰ ਵਾਹਿਗੁਰੂ ਸਭ ਕੁਝ ਕਰ ਸਕਦਾ ਹੈ, ਸਭ ਕੁਝ। ਇੱਕ ਤਾਂ ਪਾਤਸ਼ਾਹ ਅੱਜ ਸਾਨੂੰ ਸਮਝਾਉਂਦੇ ਹੈ ਵੀ ਸਤਿਗੁਰੂ ਤੇ ਭਰੋਸਾ ਰੱਖੋ। ਮਹਾਰਾਜ ਜੀ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਹੈ ਤਾਂ ਸਤਿਗੁਰੂ ਜੀ ਫਿਰ ਦੱਸਦੇ ਨੇ ਸਾਨੂੰ ਵੀ ਜਿਹਨੂੰ ਸਤਿਗੁਰੂ ਤੇ ਭਰੋਸਾ ਹੀ ਹੈ ਨਹੀਂ। ਇੱਕ ਤਾਂ ਸਤਿਗੁਰੂ ਤੇ ਭਰੋਸਾ ਰੱਖਣਾ, ਦੂਜਾ ਗੁਰੂ ਪਿਆਰਿਓ ਸਤਿਗੁਰੂ ਦੇ ਸ਼ਬਦਾਂ ਨਾਲ ਪਿਆਰ ਕਰਨਾ। ਸਤਿਗੁਰੂ ਤੇ ਭਰੋਸਾ ਰੱਖਣਾ ਤੇ ਸਤਿਗੁਰੂ ਦੇ ਸ਼ਬਦਾਂ ਨਾਲ ਪਿਆਰ ਕਰਨਾ, ਪ੍ਰੀਤ ਕਰਨੀ, ਸਨੇਹ ਕਰਨਾ। ਤੇ ਸਤਿਗੁਰੂ ਦੇ ਸ਼ਬਦ ਕਿਹੜੇ ਹੈ? ਸਤਿਗੁਰੂ ਦੇ ਸ਼ਬਦ ਗੁਰਬਾਣੀ ਹੈ ਤੇ ਗੁਰਬਾਣੀ ਸਾਖਿਆਤ ਸਤਿਗੁਰੂ ਹੈ। ਗੁਰਬਾਣੀ ਗੁਰੂ ਹੈ। ਸਤਿਗੁਰ ਬਚਨ, ਬਚਨ ਹੈ ਸਤਿਗੁਰ। ਬਾਣੀ ਚ ਮਹਾਰਾਜ ਨੇ ਕਿਹਾ ਨਾ, ਸਤਿਗੁਰ ਬਚਨ, ਬਚਨ ਹੈ ਸਤਿਗੁਰ। ਇਹਦੇ ਤੇ ਭਰੋਸਾ ਹੋਣਾ ਚਾਹੀਦਾ ਹੈ, ਇਹਦੇ ਨਾਲ ਪਿਆਰ ਹੋਣਾ ਚਾਹੀਦਾ ਹੈ। ਕਿਉਂਕਿ ਜਿਹੜੀ ਗੁਰਬਾਣੀ ਹੈ ਨਾ ਗੁਰੂ ਪਿਆਰਿਓ, ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉਚਰੀ, ਇਹ ਨਿਰੰਕਾਰ ਦੀ ਬਾਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਨਿਰੰਕਾਰ ਦੀ ਬਾਣੀ ਹੈ। ਸਤਿਗੁਰੂ ਨੇ ਅਕਾਲ ਪੁਰਖ ਦੇ ਲਫ਼ਜ਼ ਬੋਲੇ ਨੇ, ਪਰਮੇਸ਼ਵਰ ਦੇ ਬੋਲ ਬੋਲੇ ਨੇ। ਜਿਵੇਂ ਇਸਲਾਮ ਕਹਿੰਦਾ ਨਾ ਕਿ ਕੁਰਾਨ ਜਿਹੜਾ ਹੈ ਉਹ ਅੱਲਾ ਦੇ ਬੋਲ ਹੈ, ਜਿਹੜੇ ਹਜ਼ਰਤ ਮੁਹੰਮਦ ਦੇ ਉੱਤੇ ਨਾਜ਼ਲ ਹੋਏ ਤੇ ਹਜ਼ਰਤ ਮੁਹੰਮਦ ਨੇ ਸੰਸਾਰ ਨੂੰ ਦੱਸੇ ਵੀ ਭਾਈ ਲੋਕੋ ਅੱਲਾ ਨੇ ਆ ਕਿਹਾ। ਉਵੇਂ ਗੁਰੂ ਪਿਆਰਿਓ ਗੁਰਬਾਣੀ ਜਿਹੜੀ ਹੈ ਇਹ ਨਿਰੰਕਾਰ ਦੇ ਬੋਲ ਨੇ। ਸਾਨੂੰ ਸਤਿਗੁਰਾਂ ਨੇ ਕਿਹਾ ਭਾਈ ਨਿਰੰਕਾਰ ਨੇ ਆ ਕਿਹਾ। ਇਹਦੇ ਨਾਲ ਪਿਆਰ ਕਰਨਾ, ਇਹਦੇ ਤੇ ਭਰੋਸਾ ਰੱਖਣਾ, ਇਹਦੇ ਨਾਲ ਪ੍ਰੀਤ ਕਰਨੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੋ ਗੱਲਾਂ ਗੁਰੂ ਪਿਆਰਿਓ ਕਹਿੰਦੇ ਨੇ ਪਹਿਲੀ ਪੰਕਤੀ 'ਚ। ਇੱਕ ਤਾਂ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈਆ, ਜਿਹਨੂੰ ਸਤਿਗੁਰੂ ਦੀ ਪ੍ਰਤੀਤ ਨਹੀਂ ਆਈ। ਦੂਜਾ ਸ਼ਬਦ ਨਾ ਲਾਗੋ ਭਾਓ। ਭਾਓ ਦਾ ਮਤਲਬ ਕੀ ਹੁੰਦਾ ਗੁਰੂ ਪਿਆਰਿਓ? ਪਿਆਰ। ਇੱਕ ਲਫ਼ਜ਼ ਹੈ ਭਾਓ।
ਭਾਉ ਦਾ ਮਤਲਬ ਹੁੰਦਾ ਡਰ। ਡਰ ਕਿਹੜਾ? ਦੋ ਤਰ੍ਹਾਂ ਦਾ ਡਰ ਹੈ ਗੁਰੂ ਪਿਆਰਿਓ। ਇੱਕ ਦੁਨੀਆ ਦਾ ਡਰ, ਦੁਨੀਆ ਦਾ ਜਿਹੜਾ ਡਰ ਹੈ ਇਹ ਇੱਕ ਔਗਣ ਹੈ। ਇੱਕ ਹੈ ਰੱਬੀ ਭਾਉ। ਰੱਬੀ ਭਾਉ ਜਿਹੜਾ ਗੁਰੂ ਪਿਆਰਿਓ ਇਹ ਗੁਣ ਹੈ। ਰੱਬੀ ਭਾਉ ਜਿਹੜਾ ਹੈ, ਰੱਬੀ ਅਦਬ ਜਿਹੜਾ ਹੈ, ਇਹ ਇੱਕ ਗੁਣ ਹੈ। ਆਸਾ ਦੀ ਵਾਰ ਦੇ ਵਿੱਚ ਪਾਤਸ਼ਾਹ ਕਹਿੰਦੇ ਜਿਨ ਮਨ ਭਾਉ ਤਿਨਾ ਮਨ ਭਾਉ। ਇੱਕੋ ਪੰਕਤੀ 'ਚ ਦੋਵੇਂ ਲਫ਼ਜ਼ ਆਏ ਨੇ। ਜਿਨ੍ਹਾਂ ਮਨਾਂ ਦੇ ਵਿੱਚ ਰੱਬੀ ਭੈ ਹੁੰਦਾ ਨਾ, ਉਹਨਾਂ ਮਨਾਂ ਦੇ ਵਿੱਚ ਰੱਬ ਦਾ ਪਿਆਰ ਹੁੰਦਾ ਹੈ। ਜਿਨ੍ਹਾਂ ਮਨਾਂ 'ਚ ਰੱਬ ਦਾ ਪਿਆਰ ਹੁੰਦਾ ਹੈ, ਉਹਨਾਂ ਮਨਾਂ 'ਚ ਰੱਬ ਦਾ ਭੈ ਹੁੰਦਾ ਹੈ। ਉਹ ਪਰਮੇਸ਼ਵਰ ਤੋਂ ਭੈ ਕਰਦੇ ਨੇ। ਤੇ ਪਰਮੇਸ਼ਵਰ ਕੋਈ ਨਿਰੰਕਸ਼ ਸ਼ਾਸਕ ਨਹੀਂ ਹੈ ਵੀ ਲੋਕ ਉਹਦੇ ਤੋਂ ਡਰਦੇ ਨੇ। ਇੱਥੇ ਡਰ ਦਾ ਮਤਲਬ ਇਸ ਤਰ੍ਹਾਂ ਦਾ ਡਰ ਨਹੀਂ ਜਿਹੜਾ ਦੁਨੀਆ ਦੇ ਵਿੱਚ ਗੁਰੂ ਪਿਆਰਿਓ ਜ਼ੋਰਾਵਰਾਂ ਦਾ ਮੰਨਿਆ ਜਾਂਦਾ ਹੈ। ਇਹ ਹੈ ਅਦਬ, ਇਹ ਹੈ ਭੈ, ਸਤਿਕਾਰ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸ਼ਬਦ ਨਾ ਲਾਗੋ ਭਾਉ ਜਿਹਦਾ ਸ਼ਬਦ ਦੇ ਨਾਲ ਪਿਆਰ ਨਹੀਂ ਪਿਆ। ਸ਼ਬਦ ਕਿਹਦਾ? ਗੁਰੂ ਦਾ। ਗੁਰੂ ਕੌਣ ਹੈ? ਸ਼ਬਦ। ਸ਼ਬਦ ਤੇ ਗੁਰੂ 'ਚ ਵੀ ਕੋਈ ਭੇਦ ਹੈ ਨਹੀਂ। ਸ਼ਬਦ ਤੇ ਗੁਰੂ ਦੇ ਵਿੱਚ ਵੀ ਕੋਈ ਭੇਦ ਹੈ ਨਹੀਂ, ਤੇ ਸ਼ਬਦ ਤੇ ਨਿਰੰਕਾਰ ਦੇ ਵਿੱਚ ਵੀ ਕੋਈ ਭੇਦ ਹੈ ਨਹੀਂ। ਸ਼ਬਦ ਤੇ ਨਿਰੰਕਾਰ ਦੇ ਵਿੱਚ ਕੋਈ ਭੇਦ ਨਹੀਂ, ਸ਼ਬਦ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ। ਸ਼ਬਦ ਸਾਖਿਆਤ ਗੁਰੂ ਵੀ ਹੈ। ਸ਼ਬਦ ਤੋਂ ਹੀ ਨਾਮ ਦੀ ਉਤਪਤੀ ਹੁੰਦੀ ਹੈ। ਸ਼ਬਦ ਦੇ ਹੀ ਨਾਮ ਉਪਜੈ। ਇਹ ਸਾਡਾ ਸਿੱਖ ਫਲਸਫਾ ਹੈ ਜਿਸ ਨੂੰ ਸਮਝਣਾ ਗੁਰੂ ਪਿਆਰਿਓ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸ਼ਬਦ ਨਾ ਲਾਗੋ ਭਾਉ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ। ਜਿਹਨੂੰ ਭਾਈ ਸਤਿਗੁਰੂ ਤੇ ਭਰੋਸਾ ਹੈ ਨਹੀਂ, ਜਿਹਦਾ ਸਤਿਗੁਰੂ ਦੇ ਸ਼ਬਦ ਨਾਲ ਪਿਆਰ ਹੈ ਨਹੀਂ, ਮਹਾਰਾਜ ਫੇਰ ਕੌਣ ਹੈ ਉਹ? ਕੀ ਹੁੰਦਾ ਹੈ ਉਹਨਾਂ ਨੂੰ? ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਗੁਰੂ ਪਿਆਰਿਓ ਸਪਸ਼ਟ ਕਰਦੇ ਨੇ। ਕੀ ਦੱਸਦੇ ਨੇ? ਉਸਨੂੰ ਸੁਖ ਨਾ ਉਪਜੈ ਭਾਵੈ ਸੋ ਗੇੜਾ ਆਵੋ ਜਾਓ। ਮਹਾਰਾਜ ਕਹਿੰਦੇ ਜਿਹਨੂੰ ਸਤਿਗੁਰੂ ਤੇ ਭਰੋਸਾ ਨਹੀਂ ਨਾ ਹੈਗਾ ਤੇ ਸਤਿਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਹੈਗਾ, ਕਹਿੰਦੇ ਉਸ ਨੂੰ ਸੁਖ ਨਾ ਉਪਜੈ। ਉਹਨੂੰ ਕਹਿੰਦੇ ਕਦੇ ਸੁੱਖ ਪੈਦਾ ਨਹੀਂ ਹੁੰਦਾ, ਕਦੇ ਜ਼ਿੰਦਗੀ 'ਚ ਉਹਦੇ ਸੁੱਖ ਨਹੀਂ ਆਉਂਦਾ। ਭਾਵੈ 100 ਗੇੜਾ ਆਵੋ ਜਾਓ, ਭਾਵੇਂ 100 ਵਾਰੀ ਆਉਂਦਾ ਜਾਂਦਾ ਰਹੇ ਸਤਿਗੁਰੂ ਦੇ ਕੋਲ। 100 ਵਾਰੀ, 100 ਗੇੜਾ। ਗੇੜਾ ਦਾ ਮਤਲਬ ਕੀ ਹੁੰਦਾ? ਫੇਰਾ। ਫੇਰੇ ਮਾਰਦਾ ਰਵੇ, ਦਿਨ 'ਚ 100 ਵਾਰੀ ਆਈ ਜਾਵੇ। ਆ ਗਿਆ ਮੱਥਾ ਟੇਕਿਆ ਚਲਾ ਗਿਆ, ਆ ਗਿਆ ਮੱਥਾ ਟੇਕਿਆ ਚਲਾ ਗਿਆ, ਆ ਗਿਆ ਮੱਥਾ ਟੇਕਾ ਚਲਾ ਗਿਆ। ਦਿਨ 'ਚ ਭਾਵੇਂ 100 ਵਾਰੀ ਆ ਜੇ, ਇੱਕ ਵਾਰੀ ਛੱਡੋ, 2 ਵਾਰੀ ਛੱਡੋ, 4 ਵਾਰੀ ਛੱਡੋ। ਜੇ ਸਤਿਗੁਰੂ ਦੇ ਭਰੋਸਾ ਹੀ ਹੈ ਨਹੀਂ, ਜੇ ਸਤਿਗੁਰੂ ਨਾਲ ਪਿਆਰ ਹੀ ਹੈ ਨਹੀਂ, ਤੇ ਜਿੰਨੇ ਮਰਜ਼ੀ ਗੇੜੇ ਮਾਰੀ ਜਾਓ, ਜਿੰਨੇ ਮਰਜ਼ੀ ਮਾਰੀ ਜਾਓ। ਹੁਣ ਜੋੜ ਮੇਲੇ ਹੁੰਦੇ ਆ ਵੱਡੇ ਵੱਡੇ, ਅਸੀਂ ਮਨਾਉਂਦੇ ਹਾਂ, ਗੁਰੂ ਘਰਾਂ ਦੇ ਵਿੱਚ ਵੀ ਮਨਾਇਆ ਜਾਂਦਾ ਹੈ। ਸ਼ਹੀਦੀ ਜੋੜ ਮੇਲਾ ਜਿਹੜਾ ਹੈ ਅਸੀਂ ਗੁਰੂ ਪਿਆਰਿਓ ਮਨਾ ਕੇ ਹਟੇ। ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਮਨਾਇਆ। ਹੁਣ 40 ਮੁਕਤਿਆਂ ਦੀ ਯਾਦ ਦੇ ਵਿੱਚ 14 ਜਨਵਰੀ ਨੂੰ ਜੋੜ ਮੇਲਾ ਮਾਘੀ ਮਨਾਇਆ ਜਾਣਾ ਸ੍ਰੀ ਮੁਕਤਸਰ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ। ਕਿੰਨਾ ਇਕੱਠ ਹੁੰਦਾ ਹੈ, ਕਿੰਨਾ ਇਕੱਠ। ਕੋਈ ਸਤਿਗੁਰੂ ਦੇ ਬਚਨ ਸੁਣਨ ਆਉਂਦਾ, ਸਤਿਗੁਰੂ ਨਾਲ ਪਿਆਰ ਕਰਕੇ ਆਉਂਦਾ। ਕੋਈ ਇਕੱਲੇ ਇਸ਼ਨਾਨ ਦੇ ਮਕਸਦ ਨਾਲ ਆਉਂਦਾ ਵੀ ਨਹਾਉਣ ਨਹੀਂ ਜਾਣਾ, ਇਸ਼ਨਾਨ ਕਰਨ ਨਹੀਂ ਜਾਣਾ, ਚਲੋ ਉਹ ਵੀ ਚੰਗਾ ਹੈ, ਆਇਆ ਗੁਰੂ ਦੇ ਦਰ ਤੇ। ਕਈ ਰੌਣਕ ਮੇਲਾ ਹੀ ਦੇਖਣ ਆਉਂਦੇ ਨੇ ਵੀ ਉੱਥੇ ਝੂਲੇ ਲੱਗੇ ਨੇ, ਉੱਥੇ ਆਹ ਨੇ, ਉੱਥੇ ਆਹ ਨੇ। ਤੇ ਕਈ ਇਹੋ ਜਿਹੇ ਵੀ ਹੁੰਦੇ ਆ ਗੁਰੂ ਪਿਆਰਿਓ ਜਿਹੜੇ ਭੀੜ ਦਾ ਲਾਭ ਉਠਾ ਕੇ ਚੋਰੀਆਂ ਚਕਾਰੀਆਂ ਕਰਦੇ ਨੇ। ਪਰ ਸੁੱਖ ਕਿਹਨੂੰ ਮਿਲਦਾ? ਸੁੱਖ ਕਿਹਨੂੰ ਮਿਲਦਾ ਗੁਰੂ ਪਿਆਰਿਓ? ਸੁੱਖ ਉਹਨੂੰ ਮਿਲਦਾ ਜਿਹੜਾ ਗੁਰੂ ਨਾਲ ਪਿਆਰ ਕਰਦਾ ਹੈ, ਗੁਰੂ ਤੇ ਭਰੋਸਾ ਰੱਖਦਾ ਹੈ, ਜਿਹੜਾ ਗੁਰੂ ਕਰਕੇ ਆਉਂਦਾ ਹੈ। ਮੈਂ ਭਾਈ
ਸ਼ਹੀਦੀ ਜੋੜ ਮੇਲੇ ਤੇ ਚੱਲੇ ਆ। ਕਿਸ ਕਰਕੇ? ਗੁਰੂ ਕਰਕੇ। ਜਿਨ੍ਹਾਂ ਮਹਾਨ ਸ਼ਹੀਦਾਂ ਦਾ ਦਿਨ ਮਨਾਇਆ ਜਾ ਰਿਹਾ ਹੈ, ਉਹਨਾਂ ਮਹਾਨ ਸ਼ਹੀਦਾਂ ਕਰਕੇ ਮੈਂ ਚੱਲਿਆ ਨਤਮਸਤਕ ਹੋਣ ਵਾਸਤੇ। ਇਹ ਪਿਆਰ ਦੀ ਨਿਸ਼ਾਨੀ ਹੈ ਗੁਰੂ ਪਿਆਰਿਓ, ਪਿਆਰ ਦੀ ਨਿਸ਼ਾਨੀ ਹੈ। ਵੀ ਪਿਆਰ ਹੈ ਤਾਂ ਕਹਿੰਦਾ ਹੈ ਮਨੁੱਖ ਮੈਂ ਚੱਲਿਆ ਗੁਰੂ ਕਰਕੇ, ਮੈਂ ਚੱਲਿਆ ਉਹਨਾਂ ਮਹਾਨ ਯੋਧਿਆਂ ਕਰਕੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਉਸ ਅਸਥਾਨ ਦੇ ਉੱਤੇ। ਮੇਰਾ ਪਿਆਰ ਹੈ ਉਹਨਾਂ ਨਾਲ, ਉਹਨਾਂ ਦੀ ਸ਼ਹਾਦਤ ਦੇ ਅੱਗੇ ਮੇਰਾ ਸਿਰ ਝੁਕਦਾ ਹੈ, ਮੈਂ ਇਸ ਕਰਕੇ ਚੱਲਿਆ। ਤੇ ਜਿਹੜੇ ਰੌਣਕ ਮੇਲਾ ਹੀ ਦੇਖਣ ਜਾਂਦੇ ਨੇ, ਕਿ ਰੌਣਕ ਮੇਲਾ ਦੇਖਣ ਵਾਲੇ ਵੀ ਹੁੰਦੇ, ਪਰ ਸੁੱਖ ਉਹਨੂੰ ਮਿਲਦਾ ਗੁਰੂ ਪਿਆਰਿਓ ਜਿਹੜਾ ਕੇਵਲ ਤੇ ਕੇਵਲ ਗੁਰੂ ਦੀ ਪ੍ਰੀਤ ਲੈ ਕੇ ਜਾਂਦਾ ਹੈ, ਗੁਰੂ ਦਾ ਪਿਆਰ ਲੈ ਕੇ ਜਾਂਦਾ ਹੈ। ਤੇ ਗੁਰੂ ਦੀ ਪ੍ਰੀਤ, ਗੁਰੂ ਦਾ ਪਿਆਰ ਲੈ ਕੇ ਉਹ ਜਾਂਦਾ ਹੈ ਜਿਹਦਾ ਗੁਰੂ ਤੇ ਭਰੋਸਾ ਹੁੰਦਾ, ਜਿਹਦਾ ਗੁਰੂ ਤੇ ਵਿਸ਼ਵਾਸ ਹੁੰਦਾ ਹੈ। ਜਿਹਦਾ ਵਿਸ਼ਵਾਸ ਨਹੀਂ ਨਾ ਹੁੰਦਾ ਗੁਰੂ ਪਿਆਰਿਓ, ਉਹ ਨਹੀਂ ਜਾਂਦਾ ਹੈ। ਜੇ ਜਾਂਦਾ ਹੈ ਤੇ ਉਹਦਾ ਮਕਸਦ ਕੋਈ ਹੋਰ ਹੁੰਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਭਾਈ ਉਸ ਨੂੰ ਕਦੇ ਸੁੱਖ ਨਹੀਂ ਮਿਲਦਾ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਭਾਵੇਂ 100 ਵਾਰੀ 100 ਫੇਰਾ 100 ਗੇੜਾ ਆਉਂਦਾ ਜਾਂਦਾ ਰਹੇ, ਉਹਨੂੰ ਸੁੱਖ ਨਹੀਂ ਮਿਲਦਾ। ਮਹਾਰਾਜ ਕਿਹਨੂੰ ਸੁੱਖ ਨਹੀਂ ਮਿਲਦਾ? ਸਤਿਗੁਰ ਕੀ ਪ੍ਰਤੀਤ ਨਾ ਆਈਆ, ਜਿਹਨੂੰ ਸਤਿਗੁਰੂ ਤੇ ਪ੍ਰਤੀਤ ਹੀ ਨਹੀਂ ਆਈ, ਭਰੋਸਾ ਹੀ ਨਹੀਂ ਬੱਝਿਆ। ਸ਼ਬਦ ਨਾ ਲਾਗੋ ਭਾਓ, ਜਿਹਦਾ ਸ਼ਬਦ ਨਾਲ ਪਿਆਰ ਹੀ ਨਹੀਂ ਪਿਆ, ਉਪਦੇਸ਼ਾਂ ਨਾਲ, ਗੁਰੂ ਦੀ ਸਿੱਖਿਆ ਨਾਲ, ਗੁਰੂ ਦੇ ਉਪਦੇਸ਼ਾਂ ਨਾਲ ਪਿਆਰ ਹੀ ਨਹੀਂ ਪਿਆ, ਜਿਹੜਾ ਗੁਰੂ ਦੇ ਉਪਦੇਸ਼ਾਂ ਤੇ ਹੀ ਸ਼ੰਕੇ ਕਰੀ ਜਾਂਦਾ ਹੈ। ਹੁਣ ਜਿਹੜਾ ਗੁਰੂ ਦੇ ਉਪਦੇਸ਼ਾਂ ਤੇ ਹੀ ਸ਼ੰਕੇ ਕਰਦਾ ਹੈ, ਉਹਦਾ ਗੁਰੂ ਦੇ ਸ਼ਬਦ ਨਾਲ ਪਿਆਰ ਕੀ ਪੈਣਾ ਗੁਰੂ ਪਿਆਰਿਓ? ਪੈ ਸਕਦਾ ਪਿਆਰ? ਅੱਜ ਇਹੋ ਜਿਹੇ ਵੀ ਹੈ ਗੁਰੂ ਪਿਆਰਿਓ ਜਿਹੜੇ ਗੁਰੂ ਦੇ ਸ਼ਬਦਾਂ ਤੇ ਵੀ ਭਰੋਸਾ ਨਹੀਂ ਰੱਖਦੇ। ਉਹ ਸ਼ਬਦਾਂ ਦੇ ਅਰਥਾਂ ਦੇ ਅਨਰਥ ਕਰ ਕਰਕੇ ਗੁਰੂ ਪਿਆਰਿਓ ਗੁੰਮਰਾਹ ਕਰੀ ਜਾਂਦੇ। ਪਿਆਰ ਹੀ ਨਹੀਂ ਉਹਨਾਂ ਦਾ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਪਿਆਰਿਓ ਇਹਨਾਂ ਪਹਿਲੀਆਂ ਸ਼ਲੋਕ ਦੀਆਂ 2 ਪੰਕਤੀਆਂ ਦੇ ਵਿੱਚ ਜ਼ਿਕਰ ਕਰਦੇ ਨੇ। ਅੱਗੇ ਦੱਸਦੇ ਨੇ, ਨਾਨਕ ਗੁਰਮੁਖ ਸਹਜ ਮਿਲਾ, ਸੱਚੇ ਸਿਉ ਲਿਵ ਲਾਓ। ਨਾਨਕ, ਹੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਜਿਹੜੇ ਸੰਗਤ 'ਚ ਬੈਠੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਸਮਝਾਓ। ਗੁਰਮੁਖ ਸਹਿਜ ਮਿਲੈ। ਗੁਰੂ ਕਿਵੇਂ ਮਿਲਦਾ ਪਤਾ? ਗੁਰੂ ਕਿਵੇਂ ਮਿਲਦਾ? ਗੁਰੂ ਨਾਲ ਪਿਆਰ ਕਿਵੇਂ ਵੱਜਦਾ ਹੈ? ਗੁਰੂ ਤੇ ਭਰੋਸਾ ਕਿਵੇਂ ਵੱਜਦਾ ਹੈ? ਜੇ ਗੁਰੂ ਦੇ ਸਨਮੁਖ ਹੋ ਜਾਈਏ, ਜੇ ਗੁਰੂ ਦੇ ਸਨਮੁਖ ਹੋ ਜਾਈਏ। ਗੁਰਮੁਖ ਸਹਿਜ ਮਿਲੈ। ਗੁਰਮੁਖ ਦਾ ਅਰਥ ਹੈ ਗੁਰੂ ਦੇ ਸਨਮੁਖ ਹੋਣਾ, ਤੇ ਸਹਿਜ ਦਾ ਮਤਲਬ ਹੈ ਆਤਮਕ ਅਡੋਲਤਾ ਦੇ ਵਿੱਚ ਟਿਕਣਾ, ਸਹਿਜਤਾ 'ਚ ਆ ਜਾਣਾ। ਅਸੀਂ ਗੁਰੂ ਦੇ ਸਨਮੁਖ ਹੁੰਦੇ ਹਾਂ, ਲੇਕਿਨ ਸਾਡਾ ਮਨ ਗੁਰੂ ਪਿਆਰਿਓ ਗੁਰੂ ਦੇ ਸਨਮੁਖ ਨਹੀਂ ਹੁੰਦਾ। ਮਨ ਸਾਡਾ ਕਿਤੇ ਹੋਰ ਹੁੰਦਾ ਹੈ। ਮਹਾਰਾਜ ਕਹਿੰਦੇ ਗੁਰਮੁਖ ਸਹਿਜ ਮਿਲੈ, ਗੁਰੂ ਦੇ ਸਨਮੁਖ ਹੋਇਆ ਸਹਿਜਤਾ ਦੇ ਨਾਲ, ਮਨ ਦੀ ਇਕਾਗਰਤਾ ਨੂੰ ਬਣਾ ਕੇ ਗੁਰੂ ਪਿਆਰਿਓ ਜਦੋਂ ਗੁਰੂ ਦੇ ਸਨਮੁਖ ਬੈਠਾਂਗੇ ਨਾ, ਫੇਰ ਮਿਲਦਾ ਗੁਰੂ। ਤੇ ਦੂਜਾ ਬਚਨ ਸਤਿਗੁਰੂ ਜੀ ਕਹਿੰਦੇ, ਸੱਚੇ ਸਿਉ ਲਿਵ ਲਾਓ। ਉਹ ਭਾਈ ਪੁਰਖੋ, ਸੱਚੇ ਪਰਮਾਤਮਾ ਨਾਲ, ਸੱਚੇ ਵਾਹਿਗੁਰੂ ਨਾਲ ਸੁਰਤ ਵੀ ਜੋੜਨੀ ਹੈ, ਫੇਰ ਗੁਰੂ ਨਸੀਬ ਹੁੰਦਾ ਹੈ, ਫੇਰ ਗੁਰੂ ਮਿਲਦਾ ਗੁਰੂ ਪਿਆਰਿਓ। ਗੁਰੂ ਦੀ ਪਿਆਸ ਪੈਦਾ ਹੋਣੀ ਚਾਹੀਦੀ ਹੈ ਮਨ 'ਚ ਕਿ ਮੈਂ ਗੁਰੂ ਨੂੰ ਮਿਲਣਾ ਹੈ। ਪਹਿਲਾਂ ਤਾਂ ਤਾਂਘ ਪੈਦਾ ਹੋਵੇ, ਫਿਰ ਗੁਰੂ ਪਿਆਰਿਓ ਪ੍ਰੀਤ ਪੈਦਾ ਹੋਵੇ। ਤਾਂਘ ਤੇ ਪ੍ਰੀਤ ਤੋਂ ਪਹਿਲਾਂ ਵਿਸ਼ਵਾਸ ਪੈਦਾ ਹੋਣਾ ਚਾਹੀਦਾ ਹੈ। ਗੁਰੂ ਤੇ ਵਿਸ਼ਵਾਸ ਆ ਗਿਆ, ਫਿਰ ਗੁਰੂ ਨਾਲ ਪਿਆਰ ਪੈਦਾ ਹੋ ਗਿਆ। ਜਦੋਂ ਗੁਰੂ ਨਾਲ ਪਿਆਰ ਪੈਦਾ ਹੋ ਗਿਆ ਨਾ, ਫਿਰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਜਦੋਂ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ, ਫਿਰ ਬੰਦਾ 200 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਵੀ ਜਾਂਦਾ ਗੁਰੂ ਪਿਆਰਿਓ। ਤੇ ਜੇ ਗੁਰੂ ਤੇ ਭਰੋਸਾ ਨਹੀਂ ਹੈ, ਗੁਰੂ ਨਾਲ ਪਿਆਰ ਨਹੀਂ ਹੈ, ਭਾਵੇਂ ਗੁਰੂ ਘਰ ਦੇ ਨਾਲ ਕੰਧ ਸਾਂਝੀ ਹੋਵੇ ਗੁਰੂ ਪਿਆਰਿਓ, ਫਿਰ ਵੀ ਮਨੁੱਖ ਮੱਥਾ ਟੇਕਣ ਨਹੀਂ ਆਉਂਦਾ, ਫਿਰ ਵੀ ਮਨੁੱਖ ਮੱਥਾ ਟੇਕਣ ਨਹੀਂ ਆਉਂਦਾ। ਜਿਹਦੇ ਨਾਲ ਪਿਆਰ ਹੈ ਉਹਨੂੰ ਬੰਦਾ ਮਿਲਣ ਵਾਸਤੇ ਜਾਂਦਾ ਹੈ, ਭਾਵੇਂ 200 ਕਿਲੋਮੀਟਰ ਦਾ ਵਲ ਕਿਉਂ ਨਾ ਪੈਂਦਾ ਹੋਵੇ, ਭਾਵੇਂ 300 ਕਿਲੋਮੀਟਰ ਦਾ ਵਲ ਕਿਉਂ ਨਾ ਪੈਂਦਾ ਹੋਵੇ। ਤੇ ਜੇ ਪਿਆਰ ਨਹੀਂ ਨਾ ਹੈ
ਤੇ ਬੰਦਾ ਦਰਵਾਜ਼ੇ ਮੂਹਰਿਓਂ ਲੰਘ ਜਾਂਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸੱਚੇ ਸਿਉ ਲਿਵ ਲਾਓ। ਲਿਵ ਦਾ ਅਰਥ ਕੀ ਹੈ ਗੁਰੂ ਪਿਆਰਿਓ? ਲਿਵ ਦਾ ਅਰਥ ਹੈ ਸੁਰਤ ਜੋੜਨਾ। ਸੱਚੇ ਪਰਮੇਸ਼ਵਰ ਨਾਲ, ਸੱਚੇ ਵਾਹਿਗੁਰੂ ਨਾਲ ਸੁਰਤ ਵੀ ਜੋੜੋ ਕਹਿੰਦੇ। ਇਹ ਪਾਤਸ਼ਾਹ ਜੀ ਗੁਰੂ ਪਿਆਰਿਓ ਦੱਸਦੇ ਨੇ। ਅੱਗੇ ਆਖਦੇ ਨੇ ਮਹੱਲਾ ਤੀਜਾ, ਇਹ ਮਨ ਆਸਾ ਸਤਿਗੁਰ ਖੋਜ ਲਾਹੋ, ਜਿਤ ਸੇਵਿਆ ਜਨਮ ਮਰਨ ਦੁਖ ਜਾਏ। ਮਹੱਲਾ ਤੀਜਾ, ਇਹ ਤੀਸਰੇ ਪਾਤਸ਼ਾਹ ਜੀ ਦਾ ਦੂਜਾ ਸ਼ਲੋਕ ਹੈ ਗੁਰੂ ਪਿਆਰਿਓ, 14ਵੀਂ ਪੌੜੀ ਦੇ ਨਾਲ। ਹੁਣ ਮਹਾਰਾਜ ਇੱਥੇ ਮਨ ਨੂੰ ਕਹਿੰਦੇ ਨੇ। ਇਹ ਮਨ ਕਿਹਦੇ ਮਨ ਨੂੰ ਕਹਿੰਦੇ ਨੇ? ਸਤਿਗੁਰੂ ਜੀ ਆਪਣੇ ਮਨ ਨੂੰ ਕਹੇ। ਸਮਝਾ ਕਿਹਨੂੰ ਰਹੇ? ਸਾਨੂੰ ਸਮਝਾ ਰਹੇ। ਸਾਨੂੰ ਸਮਝਾ ਰਿਹਾ ਵੀ ਐ ਸਿੱਖੋ, ਤੁਸੀਂ ਵੀ ਕਦੇ ਕਦੇ ਆਪਣੇ ਮਨ ਨਾਲ ਗੱਲਾਂ ਕਰ ਲਿਆ ਕਰੋ, ਆਪਣੇ ਮਨ ਨੂੰ ਸੰਬੋਧਨ ਹੋ ਜਾਇਆ ਕਰੋ। ਜਿਵੇਂ ਲੋਕਾਂ ਨਾਲ ਅਸੀਂ ਗੱਲਾਂ ਕਰਦੇ ਹਾਂ ਨਾ, ਦੁਨੀਆਦਾਰਾਂ ਨਾਲ ਗੱਲਾਂ ਕਰਦੇ ਹਾਂ, ਪਰਿਵਾਰ ਨਾਲ ਗੱਲਾਂ ਕਰਦੇ ਹਾਂ, ਮਹਾਰਾਜ ਕਹਿੰਦੇ ਕਦੇ ਆਪਣੇ ਨਾਲ ਵੀ ਗੱਲਾਂ ਕਰ ਲਿਆ ਕਰੋ। ਅਸੀਂ ਦੁਨੀਆ ਦਾ ਚਿੰਤਨ ਕਰਦੇ ਹਾਂ, ਦੁਨੀਆ ਦੇ ਮਸਲਿਆਂ ਦਾ ਚਿੰਤਨ ਕਰਦੇ ਹਾਂ। ਮਹਾਰਾਜ ਕਹਿੰਦੇ ਕਦੇ ਆਪ ਦਾ ਚਿੰਤਨ ਵੀ ਕਰ ਲਿਆ ਕਰੋ। ਇਹਨੂੰ ਕਹਿੰਦੇ ਸਵੈ ਚਿੰਤਨ। ਸਵੈ ਚਿੰਤਨ। ਕਦੇ ਕਦੇ ਆਪਣੇ ਮਨ ਨੂੰ ਵੀ ਕਹਿੰਦੇ ਸੰਬੋਧਨ ਕਰ ਲਿਆ ਕਰੋ। ਮਨ ਨੂੰ ਕਿਹਾ ਕਰੋ, ਇਹ ਮਨ ਐਸਾ ਸਤਿਗੁਰ ਖੋਜ ਲਹੋ। ਲਹੋ ਦਾ ਮਤਲਬ ਹੈ ਲੱਭਣਾ, ਖੋਜ ਦਾ ਮਤਲਬ ਹੈ ਖੋਜਣਾ। ਐਸਾ ਸਤਿਗੁਰੂ ਖੋਜ ਲਾਓ, ਲੱਭ ਲਾਓ। ਲਹੋ ਦਾ ਅਰਥ ਲਾਓ ਵੀ ਹੈ। ਐਸਾ ਸਤਿਗੁਰੂ ਖੋਜ ਲਾਓ, ਲੱਭ ਲਾਓ। ਮਹਾਰਾਜ ਕਿਹੋ ਜਿਹਾ ਸਤਿਗੁਰੂ? ਕਿਹੋ ਜਿਹਾ ਸਤਿਗੁਰੂ ਖੋਜੀਏ, ਕਿਹੋ ਜਿਹਾ ਸਤਿਗੁਰੂ ਲੱਭੀਏ? ਕਹਿੰਦੇ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ। ਜਿਹਨੂੰ ਸੇਵਨ ਦੇ ਨਾਲ, ਜਿਹਦੇ ਨਾਲ ਜੁੜਨ ਦੇ ਨਾਲ ਤੁਹਾਡੇ ਜਨਮਾਂ ਮਰਨਾਂ ਦਾ ਦੁੱਖ ਦੂਰ ਹੋ ਜੇ, ਇਹੋ ਜਿਹਾ ਸਤਿਗੁਰੂ ਲੱਭੋ। ਇਹੋ ਜਿਹਾ ਸਤਿਗੁਰੂ ਲੱਭੋ ਜਿਹੜਾ ਜਨਮਾਂ ਮਰਨਾਂ ਦਾ ਗੇੜਾ ਦੂਰ ਕਰ ਦੇ, ਇੰਨੀ ਸਮਰੱਥਾ ਰੱਖਦਾ ਹੋਵੇ। ਤੇ ਇੰਨੀ ਸਮਰੱਥਾ ਗੁਰੂ ਪਿਆਰਿਓ ਰੱਖਣ ਵਾਲਾ ਸਤਿਗੁਰੂ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਜਾਂ ਨਿਰੰਕਾਰ ਤੇ ਜਾਂ ਨਿਰੰਕਾਰ ਦਾ ਸਰੂਪ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ, 10 ਗੁਰੂ ਸਾਹਿਬਾਨ ਸਿੱਖ ਵਾਸਤੇ, ਜਿਹੜਾ ਜਨਮ ਮਰਨ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰੂ ਪਿਆਰਿਓ ਜਨਮ ਮਰਨ ਦੂਰ ਕਰਨ ਦੀ ਸਮਰੱਥਾ। ਆ ਸਰੀਰ ਧਾਰੀਆਂ ਨਾਲ ਜੁੜੇ ਜਿਹੜੇ ਲੋਕ ਇਹਨਾਂ ਨੂੰ ਪੁੱਛੀਏ ਵੀ ਭਾਈ ਤੁਸੀਂ ਜਾਣਦੇ ਹੋ ਕੀ ਖਾਸੀਅਤ ਹੈ? ਕਹਿੰਦੇ ਸਫਾਈ ਬਹੁਤ ਹੈ, ਇਕੱਠ ਬਹੁਤ ਹੈ ਜੀ, ਬੜਾ ਇਕੱਠ ਹੁੰਦਾ ਜੀ, ਬੜੀ ਭੀੜ ਹੁੰਦੀ ਹੈ ਜੀ। ਹੋਰ ਕੀ ਹੈ ਭਾਈ ਖਾਸੀਅਤ? ਕਹਿੰਦੇ ਜੀ ਉਹ ਨਸ਼ਾ ਛਡਾ ਦਿੰਦੇ ਨੇ। ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਨਸ਼ਾ ਕਰਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ? ਇੱਥੇ ਵੀ ਤਾਂ ਬਾਣੀ ਉਹ ਕਹਿੰਦੀ ਹੈ ਨਾ ਵੀ ਨਸ਼ਾ ਨਹੀਂ ਕਰਨਾ ਭਾਈ ਸਿੱਖ ਨੇ, ਨਸ਼ੇ ਤੋਂ ਦੂਰ ਰਹਿਣਾ। ਹੋਰ ਕੀ ਖਾਸੀਅਤ ਹੈ? ਕੁਝ ਵੀ ਨਹੀਂ। ਭਾਈ ਗੁਰੂ ਦੀ ਤੁਹਾਡੇ ਦੀ ਵਿਚਾਰਧਾਰਾ ਕੀ ਹੈ? ਕੁਝ ਵੀ ਨਹੀਂ। ਪਰੰਪਰਾ ਮਰਿਆਦਾ ਕੀ ਹੈ? ਕੁਝ ਵੀ ਨਹੀਂ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਕਦੇ ਕਦੇ ਆਪਣੇ ਮਨ ਦੇ ਨਾਲ ਸੋਚ ਕੇ ਮਨ ਨੂੰ ਕਿਹੋ ਜੇ ਐਸਾ ਸਤਿਗੁਰ ਖੋਜ ਲਹੋ। ਇਹ ਮਨ ਐਸਾ ਸਤਿਗੁਰ ਖੋਜ ਲਹੋ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ। ਜਿਹਦਾ ਜਨਮਾਂ ਮਰਨਾਂ ਦੇ ਦੁੱਖ ਦੂਰ ਹੋ ਜਾਣ। ਕਈ ਵਾਰੀ ਕੀ ਹੁੰਦਾ ਗੁਰੂ ਪਿਆਰਿਓ, ਬੰਦਾ ਸੇਵਾ ਕਰਦਾ ਹੈ, 20 ਸਾਲ ਸੇਵਾ ਕਰਦਾ, 30 ਸਾਲ ਸੇਵਾ ਕਰਦਾ, 40 ਸਾਲ ਸੇਵਾ ਕਰਦਾ, ਸੇਵਾ 'ਚ ਕੋਈ ਕਮੀ ਨਹੀਂ, ਬੜੀ ਸ਼ਰਧਾ ਨਾਲ ਸੇਵਾ ਕਰਦਾ, ਪਿਆਰ ਨਾਲ ਸੇਵਾ ਕਰਦਾ। ਜਦੋਂ ਜਾਂਦਾ ਨਾ ਪਰਮੇਸ਼ਵਰ ਦੇ ਦਰ, ਉਹਨੂੰ ਪੁੱਛਿਆ ਜਾਂਦਾ, ਹਾਂ ਭਾਈ ਕੀ ਕੀਤਾ ਤੂੰ? ਕਹਿੰਦਾ ਮੈਂ ਤਾਂ ਜੀ ਸੇਵਾ ਕੀਤੀ 40 ਸਾਲ, ਬੜੀ ਸ਼ਰਧਾ ਨਾਲ ਕੀਤੀ, ਬੜੀ ਭਾਵਨਾ ਨਾਲ ਕੀਤੀ। ਤੇ ਉੱਥੇ ਜਦੋਂ ਗੁਰੂ ਪਿਆਰਿਓ ਇਹ ਕਿਹਾ ਜਾਂਦਾ ਨਾ, ਭਾਈ ਤੂੰ ਸੇਵਾ ਤਾਂ ਕੀਤੀ 40 ਸਾਲ, ਭਾਵਨਾ ਨਾਲ ਵੀ ਕੀਤੀ, ਸ਼ਰਧਾ ਨਾਲ ਵੀ ਕੀਤੀ, ਪਰ ਜਿਹਦੀ ਸੇਵਾ ਕੀਤੀ ਹੈ ਨਾ ਉਹ ਤਾਂ ਸੇਵਾ ਦੇ ਯੋਗ ਹੀ ਹੈ ਨਹੀਂ ਸੀ, ਫੇਰ ਤੇਰੀ ਤਾਂ ਖਾਤੇ ਹੀ ਨਹੀਂ ਪਈ ਕਿਸੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਫੇਰ ਕਹਿੰਦੇ ਮਨੁੱਖ ਲਈ ਉਹ 40 ਸਾਲ ਕੀਤੀ ਸੇਵਾ ਜਿਹੜੀ ਹੈ ਨਾ ਭਾਰੀ ਪੈ ਜਾਂਦੀ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ,
ਕਹਿੰਦੇ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਹੋ ਰੱਜ ਖਾਏ। ਕਹਿੰਦੇ ਜੇ ਮਾਲਕ ਹੀ ਨੰਗਾ ਭੁੱਖਾ ਹੋਵੇ ਉਹਦਾ ਨੌਕਰ ਕਿੱਥੋਂ ਰੱਜ ਕੇ ਖਾ ਸਕਦਾ? ਉਹਦੇ ਨੌਕਰ ਨੂੰ ਕੀ ਮਿਲ ਸਕਦਾ ਜੇ ਮਾਲਕ ਦੇ ਘਰੇ ਦਾਣੇ ਹੈ ਨਹੀਂ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਹੋ ਰੱਜ ਖਾਏ। ਜੇ ਸਾਹਿਬ ਕਾ ਘਰ ਵੱਤ ਹੋਵੇ, ਜੇ ਕਹਿੰਦੇ ਮਾਲਕ ਦੇ ਘਰ ਦੇ ਵਿੱਚ ਕੁਝ ਹੋਵੇ ਸੋ ਨਫਰਾ ਹੱਥ ਆਵੇ, ਤਾਂ ਫਿਰ ਨੌਕਰ ਨੂੰ ਵੀ ਕੁਝ ਮਿਲ ਜਾਂਦਾ ਹੈ, ਅਣਹੋਂਦੀ ਕਿੱਥੋਂ ਪਾਏ। ਤੇ ਇੱਕ ਵਚਨ ਹੋਰ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ, ਕਹਿੰਦੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ। ਜਿਹਦੀ ਸੇਵਾ ਕੀਤਿਆਂ ਹਿਸਾਬ ਮੰਗ ਲਿਆ ਜਾਏ। ਕਈ ਦੇਹਧਾਰੀਆਂ ਨਾਲ, ਦੰਬੀਆਂ ਪਖੰਡੀਆਂ ਨਾਲ ਜੁੜੇ ਲੋਕ, ਉਹਨਾਂ 'ਚ ਗੁਰੂ ਪਿਆਰਿਓ ਸ਼ਰਧਾ ਕਮਾਲ ਦੀ ਹੁੰਦੀ ਹੈ, ਸੇਵਾ ਵੀ ਕਮਾਲ ਦੀ ਕਰਦੇ ਆ, ਪਰ ਜਿਹਦੀ ਕਰਦੇ ਹੁੰਦੇ ਆ ਉਹ ਸੇਵਾ ਦੇ ਲਾਇਕ ਹੀ ਨਹੀਂ ਹੁੰਦਾ, ਉਹ ਸ਼ਰਧਾ ਦੇ ਲਾਇਕ ਹੀ ਨਹੀਂ ਹੁੰਦਾ। ਤੇ ਮਹਾਰਾਜ ਕਹਿੰਦੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ। ਕਹਿੰਦੇ ਜਿਹਦੀ ਸੇਵਾ ਕੀਤਿਆਂ ਹਿਸਾਬ ਮੰਗ ਲਿਆ ਜਾਵੇ ਵੀ ਤੇਰੇ ਤਾਂ ਖਾਤੇ 'ਚ ਕੁਝ ਨਹੀਂ ਲਿਖਿਆ ਗਿਆ, ਫਿਰ ਭਾਰੀ ਪੈ ਜਾਂਦੀ ਹੈ ਨਾ ਸੇਵਾ। ਮਹਾਰਾਜ ਕੀ ਕਰੀਏ ਫਿਰ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਾਨਕ ਸੇਵਾ ਕਰਹੁ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗਾ ਨਾ ਕੋਈ। ਕਹਿੰਦੇ ਸਮਰੱਥ ਗੁਰੂ ਦੀ ਸੇਵਾ ਕਰੋ ਫਿਰ ਤੁਹਾਡੇ ਤੋਂ ਕੋਈ ਹਿਸਾਬ ਨਹੀਂ ਮੰਗੂਗਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵੱਡਾ ਗੁਰੂ ਪਿਆਰਿਓ ਸਮਰੱਥ ਸਤਿਗੁਰੂ ਕਿਹੜਾ ਹੈ? ਸਿੱਖ ਲਈ ਦੁਨੀਆ 'ਚ ਕੋਈ ਨਹੀਂ ਗੁਰੂ ਪਿਆਰਿਓ, ਸਿੱਖ ਲਈ ਦੁਨੀਆ 'ਚ ਕੋਈ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਵੱਡਾ ਗੁਰੂ ਪਿਆਰਿਓ ਸਤਿਗੁਰੂ ਕਿਹੜਾ ਹੈ? ਸਿੱਖ ਲਈ ਦੁਨੀਆ 'ਚ ਕੋਈ ਨਹੀਂ ਹੈ। ਇਸ ਕਰਕੇ ਅਸੀਂ ਗੁਰੂ ਦੀ ਸੇਵਾ ਕਰਨੀ ਹੈ। ਗੁਰੂ ਦੀ ਸੇਵਾ, ਸੰਗਤ ਦੀ ਸੇਵਾ, ਸੰਗਤ ਦੀ ਸੇਵਾ, ਗੁਰੂ ਦੀ ਸੇਵਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਮਨ ਐਸਾ ਸਤਿਗੁਰ ਖੋਜ ਲਹੋ ਜਿਤ ਸੇਵਿਆ ਜਨਮ ਮਰਨ ਦੁੱਖ ਜਾਏ। ਜਿਹਨੂੰ ਮੰਨਣ ਦੇ ਨਾਲ ਜਨਮਾਂ ਮਰਨਾਂ ਦਾ ਭੈ ਦੂਰ ਹੋ ਜਾਂਦਾ ਹੈ, ਜਨਮਾਂ ਮਰਨਾਂ ਦਾ ਦੁੱਖ ਦੂਰ ਹੋ ਜਾਂਦਾ ਹੈ। ਕੱਲਾ ਇਹੋ ਹੀ ਨਹੀਂ ਗੁਰੂ ਪਿਆਰਿਓ ਕਿ ਜਨਮਾਂ ਮਰਨਾਂ ਦਾ ਦੁੱਖ ਦੂਰ ਹੁੰਦਾ ਹੈ ਸਮਰੱਥ ਗੁਰੂ ਦੀ ਸੇਵਾ ਕਰਕੇ। ਮਹਾਰਾਜ ਹੋਰ ਕੀ ਹੁੰਦਾ ਹੈ? ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅਗਲੀ ਪੰਕਤੀ 'ਚ ਹੋਰ ਲਾਭ ਵੀ ਗੁਰੂ ਪਿਆਰਿਓ ਦੱਸਦੇ ਨੇ। ਕੀ ਆਖਦੇ ਨੇ? ਸਹਸਾ ਮੂਲ ਨਾ ਹੋਵਈ ਹਮ ਸ਼ਬਦ ਜਲਾਏ। ਸਹਸਾ ਮੂਲ ਨਾ ਹੋਵਈ। ਸਹਸਾ ਕੀ ਹੈ ਗੁਰੂ ਪਿਆਰਿਓ? ਸਹਸਾ ਹੁੰਦਾ ਡਰ। ਡਰ, ਡਰ ਨੂੰ ਸਹਸਾ ਕਹਿੰਦੇ। ਜਦੋਂ ਡਰ ਹੁੰਦਾ ਨਾ ਗੁਰੂ ਪਿਆਰਿਓ ਮਨ 'ਚ, ਉਦੋਂ ਸਹਿਜ ਪੈਦਾ ਨਹੀਂ ਹੁੰਦਾ। ਤੇ ਕਰਮਾਂ ਕਾਂਡਾਂ ਦੇ ਨਾਲ ਕਦੇ ਡਰ ਨਹੀਂ ਦੂਰ ਹੁੰਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੀ ਆਨੰਦ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਆ। ਪਾਤਸ਼ਾਹ ਕਹਿੰਦੇ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ। ਆ ਕਰਮਾਂ ਕਾਂਡਾਂ ਦੇ ਨਾਲ ਕਹਿੰਦੇ ਭਾਈ ਸਹਿਜ ਪੈਦਾ ਨਹੀਂ ਹੁੰਦਾ, ਤੇ ਬਿਨਾਂ ਸਹਿਜ ਤੋਂ ਕਹਿੰਦੇ ਸਹਸਾ ਨਹੀਂ ਜਾਂਦਾ, ਡਰ ਨਹੀਂ ਜਾਂਦਾ। ਤਾਂ ਇੱਥੇ ਸਹਸਾ ਦਾ ਅਰਥ ਹੈ ਡਰ। ਕਹਿੰਦੇ ਸਹਸਾ ਮੂਲ ਨਾ ਹੋਵਈ। ਕਹਿੰਦੇ ਡਰ ਜਿਹੜਾ ਇਹ ਮੂਲੋਂ ਹੀ ਨਹੀਂ ਲੱਗਦਾ। ਸਹਸਾ ਮੂਲ ਨਾ ਹੋਵਈ, ਕਹਿੰਦੇ ਡਰ ਜਿਹੜਾ ਹੈ ਇਹ ਮੂਲੋਂ ਹੀ ਨਹੀਂ ਲੱਗਦਾ। ਕਦੋਂ ਮਹਾਰਾਜ? ਕਹਿੰਦੇ ਜਦੋਂ ਸਤਿਗੁਰੂ ਦੇ ਨਾਲ ਜੁੜ ਜਾਓਗੇ। ਕਿਹੜੇ ਸਤਿਗੁਰੂ ਦੇ ਨਾਲ? ਜਿਹੜਾ ਜਨਮਾਂ ਮਰਨਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ, ਜਨਮਾਂ ਮਰਨਾਂ ਦੀ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਆ ਜਿਹੜੇ ਕਹਿੰਦੇ ਆ ਨਾ ਗੁਰੂ ਪਿਆਰਿਓ ਸਤਿਗੁਰੂ ਆ ਨਹੀਂ ਕਰ ਸਕਦਾ, ਸਤਿਗੁਰੂ ਨਹੀਂ ਉਹ ਨਹੀਂ ਕਰ ਸਕਦਾ, ਇੱਕ ਕਿਸਮ ਦਾ ਉਹ ਸਿੱਖਾਂ ਦੇ ਅੰਦਰ ਭਰਮ ਪੈਦਾ ਕਰਨ ਦਾ ਯਤਨ ਕਰਦੇ ਨੇ ਵੀ ਤੁਹਾਡੇ ਸਤਿਗੁਰੂ 'ਚ ਤਾਂ ਸਮਰੱਥਾ ਹੀ ਹੈ ਨਹੀਂ। ਇਹ ਵੀ ਗੁਰੂ ਪਿਆਰਿਓ ਬਹੁਤ ਵੱਡੀ ਇੱਕ ਸਾਜ਼ਿਸ਼ ਹੀ ਹੈ, ਸਮਝ ਲਓ ਵੀ ਸਿੱਖਾਂ ਨੂੰ ਗੁਰੂ ਨਾਲੋਂ ਕਿਵੇਂ ਤੋੜੀਏ। ਕਿਉਂਕਿ ਜਾਣਦੇ ਆ ਨਾ ਸਾਡੇ ਵਿਰੋਧੀ ਵੀ ਜਿੰਨਾ ਚਿਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜੁੜੇ ਆ, ਜਿੰਨਾ ਚਿਰ ਸਿੱਖ ਆਪਣੇ 10 ਗੁਰੂ ਸਾਹਿਬਾਨਾਂ ਦੇ ਗੁਰ ਇਤਿਹਾਸ ਤੇ ਆਪਣੇ ਮਹਾਨ ਯੋਧਿਆਂ ਦੇ ਸਿੱਖ ਇਤਿਹਾਸ ਨਾਲ ਜੁੜਿਆ, ਜਿੰਨਾ ਚਿਰ ਸਿੱਖ ਆਪਣੇ ਗੁਰਧਾਮਾਂ ਨਾਲ ਜੁੜਿਆ, ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ, ਚਾਹੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਹੈ, ਚਾਹੇ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ, ਤਖਤ ਸ੍ਰੀ ਦਮਦਮਾ ਸਾਹਿਬ ਹੈ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੈ, ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਹੈ। ਤੇ ਜਿੰਨੇ ਵੀ ਗੁਰਧਾਮ, ਭਾਵੇਂ ਪਿੰਡ ਦੇ ਵਿੱਚ ਸਥਾਨਕ ਗੁਰਦੁਆਰਾ ਸਾਹਿਬ ਹੈ, ਜਿੰਨਾ ਚਿਰ ਸਿੱਖ ਗੁਰਧਾਮਾਂ ਨਾਲ ਜੁੜਿਆ, ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨਾਲ ਜੁੜਿਆ, ਜਿੰਨਾ ਚਿਰ ਸਿੱਖ ਆਪਣੇ ਇਤਿਹਾਸ ਨਾਲ ਜੁੜਿਆ, ਸਿੱਖ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਫਿਰ ਜੇ ਸਿੱਖ ਨੂੰ ਖਤਮ ਕਰਨਾ ਤਾਂ ਇਹਨਾਂ ਦੇ ਜਿਹੜੇ ਗੁਰਧਾਮ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆਓ, ਉਹਨਾਂ ਨੂੰ ਨਿਸ਼ਾਨੇ ਤੇ ਲਾਓ।
ਵੱਡੇ ਵੱਡੇ ਪ੍ਰਬੰਧ ਹੈ, ਥੋੜੀਆਂ ਬਹੁਤੀਆਂ ਕਮੀਆਂ ਵੀ ਰਹਿ ਜਾਂਦੀਆਂ, ਉਛਾਲਾ ਮਾਰਿਆ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਤੋੜਨ ਵਾਸਤੇ ਸਰੀਰਧਾਰੀ ਗੁਰੂਆਂ ਦੇ ਜਾਲ ਵਿਛਾਏ ਜਾ ਰਹੇ ਨੇ, ਪਰ ਖਤਮ ਨਹੀਂ ਹੋਣਾ ਸਿੱਖ ਗੁਰੂ ਪਿਆਰਿਓ, ਮੁੱਕਣਾ ਨਹੀਂ ਹੈ ਸਿੱਖ। ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ, ਜਿੰਨਾ ਚਿਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੈ, ਜਿੰਨਾ ਚਿਰ ਸਿੱਖ ਆਪਣੇ ਇਤਿਹਾਸ ਤੇ ਮਾਣ ਕਰਦਾ ਹੈ, ਆਪਣੇ ਇਤਿਹਾਸ ਦੇ ਅੱਗੇ ਸਿਰ ਝੁਕਾਉਂਦਾ ਹੈ, ਉਹਨਾਂ ਚਿਰ ਸਿੱਖ ਨੇ ਮੁੱਕਣਾ ਨਹੀਂ ਹੈ, ਸਿੱਖ ਨੇ ਖਤਮ ਨਹੀਂ ਹੋਣਾ। ਚਾਹੇ ਕੋਈ ਜਿੰਨਾ ਮਰਜ਼ੀ ਗੁਰੂ ਪਿਆਰਿਓ ਜ਼ੋਰ ਲਾ ਲੇ, ਤੇ ਤਲਵਾਰਾਂ ਨਾਲ ਤਾਂ ਕੱਟਿਆ ਜਾ ਹੀ ਨਹੀਂ ਸਕਦਾ, ਗੋਲੀਆਂ ਬੰਬਾਂ ਨਾਲ ਤਾਂ ਸਿੱਖਾਂ ਨੂੰ ਮਾਰਿਆ ਹੀ ਨਹੀਂ ਜਾ ਸਕਦਾ। ਉਹ ਤਾਂ ਬਥੇਰਾ ਦੇਖਿਆ ਗੁਰੂ ਪਿਆਰਿਓ, ਵੱਡੇ ਵੱਡੇ ਸਾਮਰਾਜਾਂ ਨੇ, ਪੜ੍ਹਦੇ ਹੀ ਆਪਾਂ ਇਤਿਹਾਸ ਦੇ ਅੰਦਰ। ਇਹ ਸਾਰੇ ਯਤਨ ਸਾਨੂੰ ਤੋੜਨ ਦੇ ਲਈ ਹੈ, ਇਤਿਹਾਸ ਨਾਲੋਂ ਤੋੜਨ ਦੇ ਲਈ। ਇਤਿਹਾਸ 'ਚ ਸ਼ੰਕੇ ਪੈਦਾ ਕਰ ਦਿਓ, ਬਾਣੀ ਨਾਲ ਤੋੜਨ ਦੇ ਲਈ ਬਾਣੀ ਤੇ ਸ਼ੰਕੇ ਪੈਦਾ ਕਰ ਦਿਓ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਪੁਰਖੋ, ਹੋਰ ਲਾਭ ਇਹ ਹੈ ਵੀ ਸਹਸਾ ਮੂਲ ਨਾ ਹੋਵਈ। ਨਾ ਤਾਂ ਕਹਿੰਦੇ ਡਰ ਕਹਿੰਦੇ ਹੋਊਗਾ, ਕਹਿੰਦੇ ਭੈ ਹੋਊਗਾ ਮੂਲੋਂ ਹੀ। ਦੂਜਾ ਕਹਿੰਦੇ ਹਉਮੈ ਸ਼ਬਦ ਜਲਾਏ। ਇਹ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਗੁਰੂ ਦਾ ਸ਼ਬਦ ਹੈ, ਇਹ ਕਹਿੰਦੇ ਹਉਮੈ ਸਾੜ ਦੂਗਾ, ਹਉਮੈ ਸਾੜ ਦੂਗਾ, ਹਉਮੈ ਖਤਮ ਕਰ ਦੂ। ਇਹ ਵੀ ਲਾਭ ਮਿਲੂ ਗੁਰੂ ਪਿਆਰਿਓ ਜਦੋਂ ਅਸੀਂ ਗੁਰੂ ਨਾਲ ਜੁੜਾਂਗੇ। ਅੱਗੇ ਦੱਸਦੇ ਨੇ, ਕੂੜਾ ਕੀ ਪਾਲ ਵਿੱਚੋਂ ਨਿਕਲਾ, ਸੱਚ ਵਸੈ ਮਨ ਆਏ। ਮਹਾਰਾਜ ਹੋਰ ਕੀ ਲਾਭ ਮਿਲੂ? ਦੇਖੋ ਕਿੰਨੇ ਲਾਭ ਗਿਣਾ ਰਹੇ ਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਕਿੰਨੇ ਲਾਭ ਗਿਣਾਉਂਦੇ ਆ ਗੁਰੂ ਨਾਲ ਜੁੜਨ ਦੇ। ਕਹਿੰਦੇ ਕੂੜੈ ਕੀ ਪਾਲ ਵਿੱਚੋਂ ਨਿਕਲੈ। ਪਾਲ ਦਾ ਅਰਥ ਹੁੰਦਾ ਗੁਰੂ ਪਿਆਰਿਓ ਕੰਧ। ਕਹਿੰਦੇ ਝੂਠ ਦੀ ਕੰਧ ਜਿਹੜੀ ਸਾਡੇ ਅੰਦਰ ਬਣੀ ਹੈ ਨਾ ਗੁਰੂ ਪਿਆਰਿਓ, ਇਹ ਢਹਿ ਜੂਗੀ ਅੰਦਰੋਂ। ਆ ਝੂਠ ਦੀ ਕੰਧ ਬਣੀ ਹੈ ਅੰਦਰ, ਝੂਠ ਦੀ ਕੰਧ ਹੈ ਸਾਡੇ ਅੰਦਰ, ਕੂੜ ਦੀ ਕੰਧ। ਅਸੀਂ ਤਾਂ ਮਰਨਾ ਹੀ ਨਹੀਂ ਕਦੇ, ਅਸੀਂ ਤਾਂ ਟੁੱਟਣਾ ਹੀ ਨਹੀਂ ਹੈ। ਆ ਫਲਾਨਾ ਨੀਵੀਂ ਜਾਤੀ ਦਾ, ਮੈਂ ਉੱਚੀ ਜਾਤੀ ਦਾ, ਇਹ ਝੂਠ ਦੀ ਕੰਧ ਕਾਰਨ ਹੈ। ਆ ਜਿਹੜਾ ਜਾਤੀ ਵਿਤਕਰਾ ਗੁਰੂ ਪਿਆਰਿਓ ਮਨ ਚੋਂ ਨਿਕਲਦਾ ਹੈ ਨਾ, ਵੀ ਆਹ ਬ੍ਰਾਹਮਣ ਹੈ, ਆਹ ਸ਼ੂਦਰ ਹੈ, ਆਹ ਵੈਸ਼ ਹੈ, ਆਹ ਖੱਤਰੀ ਹੈ, ਇਹ ਕੂੜ ਦੀ ਕੰਧ ਕਾਰਨ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੇ ਸਤਿਗੁਰੂ ਨਾਲ ਜੁੜ ਜਾਓਗੇ ਫਿਰ ਕੂੜ ਦੀ ਕੰਧ ਨਿਕਲ ਜੂਗੀ ਵਿੱਚੋਂ। ਜਦੋਂ ਕੂੜ ਦੀ ਕੰਧ ਨਿਕਲ ਗਈ ਨਾ, ਫਿਰ ਕਹਿੰਦੇ ਸਾਰੇ ਪਾਸੇ ਇੱਕ ਹੀ ਨਜ਼ਰ ਆਊਗਾ, ਇੱਕ ਹੀ ਨਜ਼ਰ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਇਹ ਅਵਸਥਾ ਬਣ ਜਾਏਗੀ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਇਹ ਅਵਸਥਾ ਬਣ ਜਾਏਗੀ। ਤੇ ਹੋਰ ਕੀ ਲਾਭ ਹੋਊਗਾ? ਕਹਿੰਦੇ ਸੱਚ ਵਸੈ ਮਨ ਆਏ। ਮਨ ਦੇ ਵਿੱਚ ਸੱਚ ਆ ਕੇ ਵਸ ਜੂਗਾ ਭਾਈ। ਦੇਖੋ ਗੁਰੂ ਪਿਆਰਿਓ, ਇਹ ਵੀ ਲਾਭ ਮਿਲਦੇ ਨੇ। ਅੱਗੇ ਹੋਰ ਲਾਭ ਦੱਸਦੇ ਨੇ ਗੁਰੂ ਪਿਆਰਿਓ। ਹੋਰ ਲਾਭ ਕੀ ਹੈ? ਤਾਂ ਹੋਰ ਲਾਭ ਵੀ ਸੁਣੀਏ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਗੁਰੂ ਨਾਲ ਜੁੜਨ ਦੇ। ਤਾਂ ਕੀ ਆਖਦੇ ਨੇ? ਅੰਤਰ ਸ਼ਾਂਤ ਮਨ ਸੁਖ ਹੋਏ, ਸੱਚ ਸੰਜਮ ਕਾਰ ਕਮਾਏ। ਅੰਤਰ ਸ਼ਾਂਤ, ਸ਼ਾਂਤ ਦੇ ਤੱਤੇ ਨੂੰ ਸਿਹਾਰੀ ਮੂਲਕ ਅੰਕ ਵਜੋਂ ਲੱਗੀ ਹੈ, ਅਰਥ ਹੈ ਸ਼ਾਂਤੀ। ਅੰਤਰ ਸ਼ਾਂਤ, ਅੰਦਰ ਸ਼ਾਂਤੀ ਆ ਜੂਗੀ। ਮਨ ਸੁਖ ਹੋਏ, ਮਨ ਦੇ ਵਿੱਚ ਸੁਖ ਹੋ ਜੂ। ਮਨ ਦੇ ਨੰਨੇ ਨੂੰ ਸਿਹਾਰੀ ਹੈ, ਮਨ ਦੇ ਵਿੱਚ ਸੁਖ ਆ ਜੂਗਾ। ਸੰਜਮ ਕਾਰ ਕਮਾਈ, ਮਹਾਰਾਜ ਕਹਿੰਦੇ ਨੇ ਸੱਚ ਸੰਜਮ ਕਾਰ ਕਮਾਏ। ਉਹ ਜੀਵ ਸੱਚ ਦੇ ਨਾਲ ਸੰਜਮ ਅਨੁਸਾਰ ਕਾਰ ਕਰਨ ਲੱਗ ਜੂ, ਕੰਮ ਕਰਨ ਲੱਗ ਜੂਗਾ। ਕਿੰਨੇ ਲਾਭ ਗਣਾਏ ਗੁਰੂ ਪਿਆਰਿਓ। ਧਿਆਨ ਦੇ ਨਾਲ ਇੱਕ ਵਾਰੀ ਫੇਰ ਲਾਭ ਸੁਣ ਲਈਏ। ਕਹਿੰਦੇ ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਐ ਜਨਮ ਮਰਨ ਦੁੱਖ ਜਾਏ। ਐਸਾ ਸਤਿਗੁਰੂ ਲੱਭੋ ਜਿਹਨੂੰ ਮੰਨਣ ਦੇ ਨਾਲ ਜਨਮ ਮਰਨ ਦੂਰ ਹੋ ਜਾਣ। ਐਸਾ ਸਤਿਗੁਰੂ ਲੱਭੋ ਜਿਹਨੂੰ ਸੇਵਨ ਦੇ ਨਾਲ, ਮੰਨਣ ਦੇ ਨਾਲ ਸਹਸਾ ਮੂਲ ਨਾ ਹੋਵੇ। ਐਸਾ ਸਤਿਗੁਰੂ ਲੱਭੋ ਜਿਸ ਨੂੰ ਸੇਵਨ ਦੇ ਨਾਲ ਹਉਮੈ ਸ਼ਬਦ ਜਲਾਏ, ਜਿਹਨੂੰ ਮੰਨਣ ਦੇ ਨਾਲ ਕੂੜੇ ਕੀ ਪਾਲ ਵਿੱਚੋਂ ਨਿਕਲੇ, ਜਿਹਨੂੰ ਮੰਨਣ ਦੇ ਨਾਲ ਸੱਚ ਵਸੈ ਮਨ ਆਏ, ਜਿਹਨੂੰ ਮੰਨਣ ਦੇ ਨਾਲ ਅੰਤਰ ਸ਼ਾਂਤ ਮਨ ਸੁਖ ਹੋਏ, ਤੇ ਜਿਹਨੂੰ ਮੰਨਣ ਦੇ ਨਾਲ ਸੱਚ ਸੰਜਮ ਕਾਰ ਕਮਾਏ। ਐਸਾ ਸਤਿਗੁਰੂ ਮੰਨੋ। ਹੁਣ ਇੱਕ ਸਵਾਲ ਪੈਦਾ ਹੋ ਗਿਆ ਗੁਰੂ ਪਿਆਰਿਓ ਮਨ ਦੇ ਵਿੱਚ, ਮਹਾਰਾਜ ਐਸਾ ਸਤਿਗੁਰੂ ਕਿਵੇਂ ਲੱਭੀਏ? ਮਹਾਰਾਜ ਐਸਾ ਸਤਿਗੁਰੂ ਕਿਵੇਂ ਲੱਭੀਏ? ਕਿਵੇਂ ਜੁੜੀਏ ਸਤਿਗੁਰੂ ਨਾਲ? ਸਾਖਿਆਤ ਹੈ ਸਤਿਗੁਰੂ, ਤਾਂ ਲੱਭਣ ਦੀ ਲੋੜ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਖਿਆਤ ਹੈ ਗੁਰੂ ਪਿਆਰਿਓ।
ਇਹ ਤਾਂ ਭਰਮ ਦੇ ਵਿੱਚ ਆ ਕੇ ਅਸੀਂ ਗੁਰੂ ਪਿਆਰਿਓ ਕਈ ਵਾਰੀ ਗੱਲਾਂ ਕਰ ਜਾਂਦੇ ਹਾਂ। ਗੁਰੂ ਨਾ ਅਗਨ ਭੇਟ ਹੋ ਸਕਦਾ ਹੈ, ਗੁਰੂ ਨਾ ਚੋਰੀ ਹੋ ਸਕਦਾ ਹੈ, ਗੁਰੂ ਨੂੰ ਨਾ ਕੋਈ ਮਾਰ ਸਕਦਾ ਹੈ, ਨਾ ਕੋਈ ਕੱਟ ਸਕਦਾ ਹੈ, ਨਾ ਕੋਈ ਅਗਵਾ ਕਰ ਸਕਦਾ ਹੈ। ਐਸਾ ਸਤਿਗੁਰੂ ਹੈ ਸਾਡਾ, ਐਸਾ ਸਤਿਗੁਰੂ ਹੈ ਗੁਰੂ ਪਿਆਰਿਓ ਸਾਡਾ। ਮਹਾਰਾਜ ਐਸੇ ਸਤਿਗੁਰੂ ਨਾਲ ਕਿਵੇਂ ਜੁੜੀਏ? ਸਮੱਸਿਆ ਤਾਂ ਇਹ ਹੈ ਵੀ ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਸਤਿਗੁਰੂ ਇਸ ਵਕਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਿਆਈ ਜਿਹੜੀ ਹੈ, ਗੁਰਤਾ ਜਿਹੜੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਤੀ ਹੈ। ਤੇ ਇਹ ਲਫ਼ਜ਼ ਕਹੇ ਨੇ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਮਹਾਰਾਜ ਜੁੜੀਏ ਕਿਵੇਂ ਗੁਰੂ ਨਾਲ? ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸ ਸਵਾਲ ਦਾ ਜਵਾਬ ਸ਼ਲੋਕ ਦੀ ਆਖਰੀ ਪੰਕਤੀ 'ਚ ਗੁਰੂ ਪਿਆਰਿਓ ਦਿੰਦੇ ਨੇ। ਕੀ ਆਖਦੇ ਨੇ? ਨਾਨਕ ਪੂਰਾ ਕਰਮ ਸਤਿਗੁਰ ਮਿਲੈ, ਹਰ ਜੀਉ ਕਿਰਪਾ ਕਰੇ ਰਜਾਏ। ਨਾਨਕ, ਹੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਜਿਹੜੇ ਸੰਗਤ 'ਚ ਬੈਠੇ ਨੇ ਸਮਝਾਓ ਇਹਨਾਂ ਨੂੰ ਕਿ ਪੂਰਾ ਕਰਮ ਸਤਿਗੁਰ ਮਿਲੈ। ਪੂਰਾ ਕਰਮ, ਕਰਮ ਦਾ ਇੱਥੇ ਮਤਲਬ ਹੈ ਭਾਗ, ਕਿਸਮਤ। ਕਹਿੰਦੇ ਜੇ ਕਿਸਮਤ ਪੂਰੀ ਹੋਵੇ ਨਾ, ਭਾਗ ਪੂਰਨ ਹੋਣ, ਤਾਂ ਸਤਿਗੁਰੂ ਮਿਲਦਾ। ਫਿਰ ਸਾਡੇ ਭਾਗ ਪੂਰੇ ਨਹੀਂ ਹੈ ਮਹਾਰਾਜ, ਫਿਰ ਸਾਨੂੰ ਸਤਿਗੁਰੂ ਮਿਲ ਨਹੀਂ ਸਕਦਾ, ਅਸੀਂ ਸਤਿਗੁਰੂ ਨਾਲ ਜੁੜ ਨਹੀਂ ਸਕਦਾ। ਮਹਾਰਾਜ ਕਹਿੰਦੇ ਹਾਂ, ਫਿਰ ਮਹਾਰਾਜ ਪੂਰੇ ਭਾਗ ਬਣਾਈਏ ਕਿਵੇਂ? ਕੀ ਪੂਰੇ ਭਾਗ ਬਣ ਸਕਦੇ ਆ? ਬਿਲਕੁਲ ਬਣ ਸਕਦੇ ਆ ਗੁਰੂ ਪਿਆਰਿਓ। ਸਾਡਾ ਫਲਸਫਾ ਨਹੀਂ ਹੈ ਵੀ ਜੇ ਕਿਸਮਤ 'ਚ ਨਹੀਂ ਲਿਖਿਆ ਤੇ ਫਿਰ ਮਿਲਣਾ ਹੀ ਨਹੀਂ ਹੈ ਕੁਝ। ਅਸੀਂ ਲੈ ਸਕਦੇ ਹਾਂ, ਫਿਰ ਵੀ ਕਿਵੇਂ ਲੈ ਸਕਦੇ ਹਾਂ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਪਿਆਰਿਓ ਸਾਨੂੰ ਦੱਸਦੇ ਆ, ਕਹਿੰਦੇ ਹਰ ਜੀਓ ਕਿਰਪਾ ਕਰੇ ਰਜ਼ਾਏ। ਜੇ ਕਹਿੰਦੇ ਆਪਣੀ ਮੌਜ ਦੇ ਵਿੱਚ ਹਰ ਜੀਓ ਕਿਰਪਾ ਕਰੇ, ਵਾਹਿਗੁਰੂ ਕਿਰਪਾ ਕਰਦੇ, ਜੇ ਵਾਹਿਗੁਰੂ ਕਿਰਪਾ ਕਰਦੇ ਤੇ ਸਾਡੇ ਭਾਗ ਪੂਰੇ ਹੋ ਸਕਦੇ ਆ। ਭਾਗ ਪੂਰੇ ਹੋ ਗਏ ਤੇ ਗੁਰੂ ਨਾਲ ਜੁੜ ਜਾਾਂਗੇ ਅਸੀਂ। ਫਿਰ ਸਵਾਲ ਪੈਦਾ ਹੋ ਗਿਆ ਵੀ ਵਾਹਿਗੁਰੂ ਦੀ ਕਿਰਪਾ ਕਿਵੇਂ ਹੋਊਗੀ? ਵਾਹਿਗੁਰੂ ਦੀ ਕਿਰਪਾ ਕਿਵੇਂ ਹੋਏਗੀ? ਤੇ ਵਾਹਿਗੁਰੂ ਦੀ ਕਿਰਪਾ ਕਰਨ ਦੇ ਲਈ ਕੁਝ ਕਰਮ ਹੈ ਗੁਰੂ ਪਿਆਰਿਓ, ਜਿਹੜੇ ਸਤਿਗੁਰਾਂ ਨੇ ਸਾਨੂੰ ਦੱਸੇ ਨੇ ਕਰਨੇ ਆ ਅਸੀਂ। ਉਹ ਕਿਹੜੇ ਕਰਮ ਹੈ ਜਿਹਦੇ ਨਾਲ ਅਸੀਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ? ਉਹ ਹੈ ਸੰਗਤ ਕਰਨੀ, ਜਿਵੇਂ ਅੱਜ ਅਸੀਂ ਕਰ ਰਹੇ। ਉਹ ਹੈ ਸੇਵਾ ਕਰਨੀ, ਭੁੱਖੇ ਨੂੰ ਲੰਗਰ ਛਕਾਉਣਾ, ਪਿਆਸੇ ਨੂੰ ਜਲ ਛਕਾਉਣਾ। ਉਹ ਹੈ ਸਿਮਰਨ ਕਰਨਾ, ਬੰਦਗੀ ਕਰਨੀ, ਭਗਤੀ ਕਰਨੀ, ਆਰਾਧਨਾ ਕਰਨੀ। ਇਹ ਕਰਮ ਜਿਹੜੇ ਸਤਿਗੁਰਾਂ ਨੇ ਦੱਸੇ ਆ ਸਾਨੂੰ ਵਾਹਿਗੁਰੂ ਦੀ ਬਖਸ਼ਿਸ਼ ਲੈਣ ਵਾਸਤੇ। ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ, ਸਤਿਗੁਰੂ ਅੰਦਰ ਵਸ ਗਿਆ, ਅਸੀਂ ਸਤਿਗੁਰੂ ਦੇ ਅੰਦਰ ਹੋ ਗਏ। ਤੇ ਜਿਹਦੇ ਅੰਦਰ ਸਤਿਗੁਰੂ ਆ ਗਿਆ, ਮਹਾਰਾਜ ਕਹਿੰਦੇ ਫਿਰ ਭਾਈ ਉਹਦੇ ਤੇ ਸਤਿਗੁਰੂ 'ਚ ਵੀ ਕੋਈ ਭੇਦ ਨਹੀਂ ਰਹਿ ਜਾਂਦਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ। ਪਾਤਸ਼ਾਹ ਨੇ ਕਿਹਾ ਨਾ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਨਾਨਕ ਪੂਰੇ ਕਰਮ ਸਤਿਗੁਰ ਮਿਲੈ, ਹਰ ਜੀਓ ਕਿਰਪਾ ਕਰੇ ਰਜਾਏ। ਪੂਰੇ ਭਾਗਾਂ ਨਾਲ ਸਤਿਗੁਰੂ ਮਿਲਦਾ ਜੇ ਵਾਹਿਗੁਰੂ ਬਖਸ਼ਿਸ਼ ਕਰੇ ਆਪਣੀ ਰਜ਼ਾ ਦੇ ਵਿੱਚ, ਆਪਣੀ ਮੌਜ ਦੇ ਵਿੱਚ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 2 ਸ਼ਲੋਕਾਂ ਦੇ ਵਿੱਚ ਸਾਨੂੰ ਸਮਝਾਇਆ। ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕੀ ਸਮਝਾਉਂਦੇ ਆ ਗੁਰੂ ਪਿਆਰਿਓ, ਉਹ ਵੀ ਅਸੀਂ ਸੁਣੀਏ। ਦੱਸਦੇ ਨੇ, ਪੌੜੀ ਜਿਸ ਕਾ ਘਰ ਦੀਵਾਨ ਹਰ ਹੋਵੇ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਪੌੜੀ ਇਹ ਨਾਂ ਹੈ ਗੁਰੂ ਪਿਆਰਿਓ ਚੰਦ ਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ? ਧਿਆਨ ਦਿਓ ਗੁਰੂ ਪਿਆਰਿਓ। ਕਹਿੰਦੇ ਜਿਸ ਕੈ ਘਰ ਦੀਵਾਨ ਹਰ ਹੋਵੇ। ਇੱਥੇ ਦੀਵਾਨ ਦਾ ਮਤਲਬ ਹੈ ਗੁਰੂ ਪਿਆਰਿਓ ਹਾਕਮ। ਹਾਕਮ ਬਾਦਸ਼ਾਹ ਕਹਿ ਲਓ। ਕਿਹੜਾ ਬਾਦਸ਼ਾਹ, ਕਿਹੜਾ ਹਾਕਮ? ਹਰ ਵਾਹਿਗੁਰੂ। ਵਾਹਿਗੁਰੂ ਨੂੰ ਕਿਹਾ ਗੁਰੂ ਪਿਆਰਿਓ। ਦੁਨੀਆ ਤੇ ਤਾਂ ਰਾਜ ਵਾਹਿਗੁਰੂ ਦਾ ਹੀ ਹੈ ਨਾ, ਔਰ ਉਹ ਵੀ ਅਚਲ, ਕਦੇ ਖਤਮ ਨਹੀਂ ਹੋਣਾ। ਆ ਦੁਨੀਆ ਦੇ ਵਿੱਚ ਜਿਹੜੇ ਗੁਰੂ ਪਿਆਰਿਓ ਦੇਸ਼ਾਂ ਦੇ ਰਾਜੇ ਹੁੰਦੇ ਆ, ਇਹ ਤਾਂ ਆਉਂਦੇ ਆ, ਜਾਂਦੇ ਆ, ਖਤਮ ਹੋ ਜਾਂਦੇ ਆ। ਅੱਗੇ ਪਤਾ ਨਹੀਂ ਕਿੰਨੇ ਕੁ ਪੈਦਾ ਹੋਏ, ਪਤਾ ਨਹੀਂ ਕਿੰਨੇ ਕੁ ਖਤਮ ਹੋ ਗਏ। ਔਰੰਗਜ਼ੇਬ ਵਰਗੇ 50 ਸਾਲ ਤੋਂ ਵੱਧ ਸਮੇਂ ਜਿੰਨਾ ਰਾਜ ਕਰਕੇ ਤੁਰ ਗਏ, ਲੇਕਿਨ ਗਏ ਇੱਕ ਦਿਨ। ਜਿਹੜੇ ਅੱਜ ਨੇ ਉਹਨਾਂ ਨੇ ਵੀ ਚਲੇ ਜਾਣਾ। ਜ਼ਾਬਰ ਨਾਬਰ ਸਭ ਚਲੇ ਜਾਣਗੇ ਗੁਰੂ ਪਿਆਰਿਓ, ਪਰ ਇੱਕ ਰਾਜ ਕਦੇ ਖਤਮ ਨਹੀਂ ਹੋਣਾ। ਔਰ ਉਹ ਰਾਜ ਜਿਹੜਾ ਕਦੇ ਖਤਮ ਨਹੀਂ ਹੋਣਾ, ਉਹ ਅਕਾਲ ਪੁਰਖ ਦਾ ਰਾਜ ਹੈ, ਜਿਹਦੇ ਹੁਕਮ 'ਚ ਸਾਰਾ ਬ੍ਰਹਮਾਂਡ ਚੱਲ ਰਿਹਾ। ਇਸ ਕਰਕੇ ਉਹਨੂੰ ਬਾਦਸ਼ਾਹ, ਹਾਕਮ ਕਿਹਾ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਨੇ। ਦੀਵਾਨ ਦਾ ਅਰਥ ਹੀ ਹੈ ਹਾਕਮ, ਰਾਜਾ, ਬਾਦਸ਼ਾਹ।
ਕਹਿੰਦੇ ਜਿਸ ਕੈ ਘਰ ਦੀਵਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਉਹਦੀ ਮੁੱਠੀ 'ਚ ਸਾਰਾ ਜਗਤ ਆ ਜਾਂਦਾ। ਕਹਿੰਦੇ ਜਿਹਦੇ ਘਰ 'ਚ ਬਾਦਸ਼ਾਹ ਵਾਹਿਗੁਰੂ ਆ ਜੇ। ਹੁਣ ਕਿਹੜੇ ਘਰ 'ਚ? ਸਰੀਰ ਰੂਪੀ ਘਰ 'ਚ, ਹਿਰਦੇ ਰੂਪੀ ਘਰ 'ਚ। ਵੈਸੇ ਵੀ ਗੁਰੂ ਪਿਆਰਿਓ, ਜਿਹਦੇ ਘਰੇ ਪ੍ਰਧਾਨ ਮੰਤਰੀ ਆ ਜੇ ਉਹਦਾ ਤਾਂ ਪ੍ਰਭਾਵ ਫਿਰ ਸਾਰੇ ਮੰਨਣ ਲੱਗ ਜਾਂਦੇ ਆ ਵੀ ਇਹਦੀ ਤਾਂ ਪ੍ਰਧਾਨ ਮੰਤਰੀ ਨਾਲ ਬੜੀ ਨੇੜਤਾ ਹੈ, ਇਹਦੇ ਘਰੇ ਤਾਂ ਪ੍ਰਧਾਨ ਮੰਤਰੀ ਰੋਟੀ ਖਾਣ ਆਉਂਦਾ। ਮੁੱਖ ਮੰਤਰੀ ਜਿਹਦੇ ਘਰੇ ਆ ਜੇ ਸਾਰਾ ਪਿੰਡ ਇੱਜ਼ਤ ਕਰਨ ਲੱਗ ਜਾਂਦਾ, ਚਾਪਲੂਸੀ ਕਰਨ ਲੱਗ ਜਾਂਦਾ ਵੀ ਇਹਦੀ ਤਾਂ ਭਾਈ ਮੁੱਖ ਮੰਤਰੀ ਨਾਲ ਸਿੱਧੀ ਗੱਲ ਹੈ, ਮਹੀਨੇ ਬਾਅਦ ਤਾਂ ਮੁੱਖ ਮੰਤਰੀ ਇਹਦੇ ਘਰੇ ਆਇਆ ਰਹਿੰਦਾ। ਤੇ ਫਿਰ ਗੁਰੂ ਪਿਆਰਿਓ, ਜਿਹੜਾ ਦੁਨੀਆ ਦਾ ਬਾਦਸ਼ਾਹ ਅਕਾਲ ਪੁਰਖ ਹੈ, ਜਿਹਦੇ ਹਿਰਦੇ ਘਰ 'ਚ ਪੱਕਾ ਵਸ ਗਿਆ, ਤੇ ਉਹਦਾ ਪ੍ਰਭਾਵ ਨਾ ਦੁਨੀਆ ਮੰਨੂਗੀ। ਮਹਾਰਾਜ ਕਹਿੰਦੇ ਮੰਨੂਗੀ ਭਾਈ। ਜਿਸ ਕੈ ਘਰ ਦੀਵਾਨ ਹਰ ਹੋਵੇ, ਜਿਹਦੇ ਘਰ ਦੇ ਵਿੱਚ ਵਾਹਿਗੁਰੂ ਦੀਵਾਨ, ਵਾਹਿਗੁਰੂ ਹਾਕਮ ਆ ਗਿਆ, ਕਹਿੰਦੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਉਹਦੀ ਮੁੱਠੀ 'ਚ ਸਾਰਾ ਜਗਤ ਆ ਜਾਂਦਾ। ਪਰ ਉਹ ਮਾਣ ਨਹੀਂ ਕਰਦਾ ਗੁਰੂ ਪਿਆਰਿਓ। ਬੰਦਾ ਤਾਂ ਮਾਣ ਕਰਨ ਲੱਗ ਜਾਂਦਾ ਵੀ ਮੈਂ ਕਿਸੇ ਨੂੰ ਕੀ ਦੇ ਦਵਾਲਾਂ, ਮੇਰੇ ਤਾਂ ਮੁੱਖ ਮੰਤਰੀ ਘਰੇ ਆਉਂਦਾ ਰੋਟੀ ਖਾਣ। ਪਰ ਜਿਹਦੇ ਹਿਰਦੇ ਘਰ ਦੇ ਵਿੱਚ ਪਰਮੇਸ਼ਵਰ ਵਸ ਜਾਂਦਾ, ਉਹਦੀ ਮੁੱਠੀ 'ਚ ਸਾਰਾ ਜਗਤ ਆ ਜਾਂਦਾ। ਪਰ ਉਹ ਮਾਣ ਨਹੀਂ ਕਰਦਾ, ਉਹ ਨਸ਼ਰ ਨਹੀਂ ਕਰਦਾ, ਉਹ ਬਿਆਨ ਨਹੀਂ ਕਰਦਾ ਗੁਰੂ ਪਿਆਰਿਓ ਕਿ ਮੇਰੀ ਮੁੱਠੀ 'ਚ ਸਾਰਾ ਜਗਤ ਹੈਗਾ। ਇਹੋ ਹੀ ਖਾਸੀਅਤ ਹੈ। ਅੱਗੇ ਦੱਸਦੇ ਨੇ, ਤਿਸ ਕੋ ਤਲਕੀ ਕਿਸੈ ਦੀ ਨਾਹੀ, ਹਰ ਦੀਵਾਨ ਸਭ ਆਨ ਪੈਰੀ ਪਾਇਆ। ਤਿਸ ਕੋ ਤਲਕੀ, ਤਲਕੀ ਕਹਿੰਦੇ ਨੇ ਗੁਰੂ ਪਿਆਰਿਓ ਮੁਥਾਜੀ ਨੂੰ। ਕਹਿੰਦੇ ਜਿਹਦੇ ਹਿਰਦੇ ਘਰ ਦੇ ਵਿੱਚ ਵਾਹਿਗੁਰੂ ਬਾਦਸ਼ਾਹ ਆ ਜਾਂਦਾ ਹੈ, ਵਾਹਿਗੁਰੂ ਰਾਜਾ ਵਸਣ ਲੱਗ ਜਾਂਦਾ ਹੈ। ਤਿਸ ਕੋ ਤਲਕੀ ਕਿਸੈ ਦੀ ਨਾਹੀ, ਕਹਿੰਦੇ ਉਹਨੂੰ ਕਿਸੇ ਦੀ ਤਲਕੀ ਨਹੀਂ ਰਹਿ ਜਾਂਦੀ, ਮੁਥਾਜੀ ਨਹੀਂ ਰਹਿ ਜਾਂਦੀ। ਅਸੀਂ ਦੁਨੀਆ ਦੇ ਬੰਦੇ ਤਾਂ ਮੁਥਾਜੀ ਚੱਲਦੇ ਆ ਨਾ ਗੁਰੂ ਪਿਆਰਿਓ, ਚੱਲਣੀ ਪੈ ਜਾਂਦੀ ਹੈ। ਕੋਈ ਮਜਬੂਰੀ 'ਚ ਚੱਲ ਲੈਂਦਾ ਹੈ, ਕੋਈ ਕਿਵੇਂ ਚੱਲਦਾ ਹੈ, ਕੋਈ ਕਿਵੇਂ ਚੱਲਦਾ ਹੈ। ਹਰ ਬੰਦਾ ਚੱਲਦਾ ਹੈ ਗੁਰੂ ਪਿਆਰਿਓ। ਕੋਈ ਪਰਿਵਾਰ ਦੀ ਮਜਬੂਰੀ 'ਚ ਚੱਲਦਾ ਹੈ, ਕੋਈ ਜਾਨ ਬਚਾਉਣ ਦਾ ਮਾਰਾ ਚੱਲਦਾ ਹੈ, ਕੋਈ ਕਿਵੇਂ ਚੱਲਦਾ ਹੈ, ਕੋਈ ਕਿਵੇਂ ਚੱਲਦਾ ਹੈ। ਕੋਈ ਐਸਾ ਬੰਦਾ ਨਹੀਂ ਗੁਰੂ ਪਿਆਰਿਓ ਸੰਸਾਰ ਦੇ ਵਿੱਚ। ਇੱਕ ਅਕਾਲ ਪੁਰਖ ਗੁਰੂ ਤੇ ਗੁਰੂ ਨਾਲ ਜੁੜੇ ਹੋਏ ਗੁਰਸਿੱਖ ਤੋਂ ਬਿਨਾਂ ਜਿਹੜਾ ਦਾਅਵੇ ਨਾ ਕਹਿ ਸਕੇ ਮੈਂ ਮੁਥਾਜ ਨਹੀਂ ਹਾਂ। ਅਸੀਂ ਮੁਥਾਜ ਹਾਂ। ਅਸੀਂ ਕੱਪੜਿਆਂ ਦੇ ਮੁਥਾਜ ਹਾਂ, ਅਸੀਂ ਰੋਟੀ ਦੇ ਮੁਥਾਜ ਹਾਂ। ਅਸੀਂ ਗੁਰੂ ਪਿਆਰਿਓ ਕੱਪੜਿਆਂ ਦੇ ਮੁਥਾਜ ਹਾਂ, ਰੋਟੀ ਦੇ ਮੁਥਾਜ ਹਾਂ, ਅਸੀਂ ਸਰੀਰ ਦੇ ਵੀ ਮੁਥਾਜ ਹੈਗੇ ਹਾਂ। ਠੰਡ ਲੱਗਦੀ ਹੈ ਤੇ ਭੱਜ ਨੱਠ ਕਰਦੇ ਹਾਂ, ਮੁਥਾਜ ਹੈ। ਗਰਮੀ ਲੱਗਦੀ ਹੈ ਭੱਜ ਨੱਠ ਕਰਦੇ ਹਾਂ, ਮੁਥਾਜ ਹੈ। ਭੁੱਖ ਲੱਗਦੀ ਹੈ ਰੋਟੀ ਵੱਲ ਜਾਂਦੇ ਹਾਂ, ਮੁਥਾਜ ਹੈ ਅਸੀਂ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਪੁਰਖੋ ਜਿਹਦੇ ਘਰ 'ਚ ਪਰਮੇਸ਼ਵਰ ਵਸ ਜਾਂਦਾ ਨਾ, ਕਹਿੰਦੇ ਉਹਨੂੰ ਫਿਰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ। ਤਿਸ ਕੋ ਤਲਕੀ ਕਿਸੈ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ। ਵਾਹਿਗੁਰੂ ਜਿਹੜਾ ਬਾਦਸ਼ਾਹ ਹੈ, ਉਹਨੇ ਸਾਰੇ ਹੀ ਕਹਿੰਦੇ ਜਿਹੜੇ ਹੈ ਆ ਕੇ ਉਹਦੇ ਪੈਰਾਂ 'ਚ ਪਾਤੇ। ਵੱਡੇ ਵੱਡੇ ਪੈਰਾਂ 'ਚ ਪਾ ਦਿੰਦਾ ਵਾਹਿਗੁਰੂ, ਵੱਡੇ ਵੱਡੇ ਪੈਰਾਂ 'ਚ। ਪਰ ਉਹ ਪਰਵਾਹ ਨਹੀਂ ਕਰਦੇ ਗੁਰੂ ਪਿਆਰਿਓ। ਪੜ੍ਹਦੇ ਆ ਨਾ ਆਪਾਂ ਜੀਵਨ, ਕਈ ਐਸੇ ਸਾਧੂ ਮਹਾਤਮਾ ਹੋਏ ਨੇ, ਵੱਡੇ ਵੱਡੇ ਬਾਦਸ਼ਾਹਾਂ ਦੀ ਪਰਵਾਹ ਨਹੀਂ ਕੀਤੀ, ਵੱਡੇ ਵੱਡੇ ਰਾਜਿਆਂ ਦੀ ਪਰਵਾਹ ਨਹੀਂ ਕੀਤੀ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਐ ਪੁਰਖੋ ਤਿਸ ਕੋ ਤਲਕੀ ਕਿਸੈ ਦੀ ਨਾਹੀ, ਉਹਨਾਂ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ। ਹਰ ਦੀਵਾਨ ਸਭ ਆਣ ਪੈਰੀ ਪਾਇਆ। ਵਾਹਿਗੁਰੂ ਬਾਦਸ਼ਾਹ ਨੇ ਆ ਕੇ ਕਹਿੰਦੇ ਜਗਤ ਨੂੰ ਉਹਨਾਂ ਦੇ ਪੈਰਾਂ ਦੇ ਵਿੱਚ ਪਾ ਦਿੱਤਾ। ਕਿਹਨਾਂ ਦੇ ਪੈਰਾਂ 'ਚ ਪਾ ਦਿੱਤਾ? ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਆ ਕੇ ਵਸ ਗਿਆ। ਮਾਨਸਾ ਕਿਆ ਹੋ ਦੀਵਾਨ ਹੋ, ਕੋਈ ਨਸ ਭੱਜ ਨਿਕਲਾ। ਹਰ ਦੀਵਾਨ ਹੋ, ਕੋਈ ਕਿੱਥੇ ਜਾਇਆ। ਆ ਪੰਕਤੀ ਗੁਰੂ ਪਿਆਰਿਓ ਬੜੀ ਕਮਾਲ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸੇਧ ਦੇਣ ਵਾਸਤੇ ਗੁਰੂ ਪਿਆਰਿਓ ਬਚਨ ਕੀਤੇ ਨੇ। ਧਿਆਨ ਦਿਓ। ਕਹਿੰਦੇ ਮਾਨਸਾ ਕਿਆ ਦੀਵਾਨ ਦੀਵਾਨਾ ਹੋ, ਕੋਈ ਨਸ ਭੱਜ ਨਿਕਲੈ। ਕਹਿੰਦੇ ਬੰਦਾ ਹੈ ਨਾ, ਬੰਦੇ ਵੀ ਬਾਦਸ਼ਾਹ ਹੈਗੇ ਆ, ਬੰਦੇ ਵੀ ਰਾਜੇ ਹੈਗੇ ਆ, ਤਾਕਤਵਰ ਹੈਗੇ ਆ। ਕੋਈ ਪਿੰਡ ਦਾ ਸਰਪੰਚ ਹੈ, ਕੋਈ MLA ਹੈ, ਕੋਈ ਮੰਤਰੀ ਹੈ, ਕੋਈ ਸੈਂਟਰ ਦਾ ਮੰਤਰੀ ਹੈ, ਪ੍ਰਧਾਨ ਮੰਤਰੀ ਹੈ। ਬੰਦੇ ਹੈ ਨਾ। ਇਹਨਾਂ ਬੰਦਿਆਂ ਤੋਂ ਤਾਂ ਕਹਿੰਦੇ ਕੋਈ ਭੱਜ ਭੁੱਜ ਸਕਦਾ ਹੈ, ਕਹਿੰਦੇ ਨਿਕਲ ਜਾਂਦਾ ਹੈ, ਕਹਿੰਦੇ ਜਾਲ ਚੋਂ ਨਿਕਲ ਜਾਂਦਾ। ਜਾਲ ਵਿਛਾਉਂਦੇ ਆ ਫਸਾਉਣ ਵਾਸਤੇ, ਕਹਿੰਦੇ ਬੰਦਿਆਂ ਦੇ ਜਾਲ ਚੋਂ ਤਾਂ ਨਿਕਲ ਜਾਂਦੇ ਆ ਕਹਿੰਦੇ ਲੋਕ। ਮਾਨਸਾ ਕਿਆ ਉਹ ਦੀਵਾਨਾ ਹੋ, ਕੋਈ ਨਸ ਭੱਜ ਨਿਕਲੈ। ਬੰਦਿਆਂ ਦੇ ਚੁੰਗਲ ਚੋਂ ਤਾਂ ਨਿਕਲ ਜਾਂਦੇ ਨੇ ਗੁਰੂ ਪਿਆਰਿਓ। ਜਿਹੜੇ ਬੰਦੇ ਰਾਜੇ ਆ ਨਾ, ਦੁਨੀਆ ਦੇ ਜਿਹੜੇ ਰਾਜੇ ਹੈ, ਇਹਨਾਂ ਦੀ ਤਾਂ ਗ੍ਰਿਫਤ ਦੇ ਵਿੱਚੋਂ ਨਿਕਲ ਜਾਂਦੇ ਨੇ। ਪਰ ਕਹਿੰਦੇ
ਹਰ ਦੀਵਾਨਾ ਹੋਂ ਕੋਈ ਕਿੱਥੇ ਜਾਇਆ। ਕਹਿੰਦੇ ਵਾਹਿਗੁਰੂ ਜਿਹੜਾ ਬਾਦਸ਼ਾਹ ਹੈ ਉਹਦੇ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ? ਦੱਸੋ। ਕਹਿੰਦੇ ਜਾ ਸਕਦਾ ਕੋਈ ਬੰਦਾ? ਗੁਰੂ ਪਿਆਰਿਓ, ਜਿਹੜਾ ਦੁਨੀਆ ਦਾ ਰਾਜਾ ਹੈ, ਕਿਸੇ ਨੂੰ ਮਾਰਨਾ ਚਾਹੇ ਤੇ ਬੰਦਾ ਬਚ ਸਕਦਾ, ਕੋਈ ਨਾ ਕੋਈ ਬਹਾਨਾ ਬੁਨਾ ਬਣਾ ਕੇ ਨਿਕਲ ਸਕਦਾ। ਪਰ ਪਰਮੇਸ਼ਵਰ ਜਿਹਨੂੰ ਮਾਰਨਾ ਚਾਹੁੰਦਾ ਹੈ ਤੇ ਬੰਦਾ ਭੱਜ ਸਕਦਾ। ਗੁਰੂ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਕਹਿੰਦੇ ਨੇ, ਦੱਸੋ ਕਹਿੰਦੇ ਭਾਈ ਭੱਜ ਸਕਦਾ? ਕਹਿੰਦੇ ਪਰਮਾਤਮਾ ਤੋਂ, ਵਾਹਿਗੁਰੂ ਤੋਂ ਕੋਈ ਜਾਨ ਬਚਾ ਕੇ? ਦੁਨੀਆ ਦੇ ਰਾਜਿਆਂ ਤੋਂ ਅਸੀਂ ਬਚ ਸਕਦੇ ਹਾਂ ਜੇ ਸਿਆਣਪ ਵਰਤ ਲਈਏ, ਕੋਈ ਸੰਜਮ ਵਰਤ ਲਈਏ, ਕੋਈ ਸ਼ਾਂਤੀ ਨਾਲ ਗੁਰੂ ਪਿਆਰਿਓ ਅਸੀਂ ਜਿਹੜਾ ਰਹਿ ਪਈਏ। ਹੁਣ ਅਸੀਂ ਦੇਖਦੇ ਹਾਂ ਨਾ, ਅੰਦੋਲਨ ਕਿਸਾਨਾਂ ਦਾ ਬਹੁਤ ਵੱਡਾ ਗੁਰੂ ਪਿਆਰਿਓ ਭਾਰਤ ਦੇ ਕਿਸਾਨਾਂ ਦਾ ਚੱਲ ਰਿਹਾ, ਤੇ ਸਰਕਾਰ ਵੀ ਗੁਰੂ ਪਿਆਰਿਓ ਲੱਗੀ ਹੋਈ ਹੈ ਇੱਕ ਪਾਸੇ। ਇੱਥੋਂ ਬਚਿਆ ਜਾ ਸਕਦਾ ਹੈ। ਕਿਵੇਂ ਬਚਿਆ ਜਾ ਸਕਦਾ ਹੈ? ਸੰਜਮ ਵਰਤ ਕੇ, ਸਿਆਣਪ ਵਰਤ ਕੇ, ਸ਼ਾਂਤੀ ਦੇ ਨਾਲ, ਤਰੀਕੇ ਦੇ ਨਾਲ, ਠਹਿਰਾਓ ਦੇ ਨਾਲ, ਠਰਮੇ ਦੇ ਨਾਲ, ਆਪਣੀ ਬੋਲ ਬਾਣੀ ਮਿੱਠੀ ਕਰਕੇ ਬਚਿਆ ਜਾ ਸਕਦਾ ਵੀ ਅਸੀਂ ਭਾਈ ਸ਼ਾਂਤ ਰਹਿਣਾ, ਸ਼ਾਂਤ ਰਹਿਣਾ, ਸਬਰ ਦੇ ਨਾਲ ਮੁਕਾਬਲਾ ਕਰਨਾ ਜ਼ਬਰ ਦਾ। ਨਿਕਲ ਸਕਦੇ ਹਾਂ ਅਸੀਂ, ਕਾਮਯਾਬ ਹੋ ਸਕਦੇ ਹਾਂ ਅਸੀਂ। ਪਰ ਵਾਹਿਗੁਰੂ ਗੁਰੂ ਪਿਆਰਿਓ ਜੇ ਕਿਸੇ ਨੂੰ ਮਾਰਨ ਤੇ ਆ ਜੇ, ਫਿਰ ਨਹੀਂ ਅਸੀਂ ਗੁਰੂ ਪਿਆਰਿਓ ਬਚ ਸਕਦੇ ਕਿਸੇ ਵੀ ਤਰੀਕੇ ਨਾਲ। ਫਿਰ ਤਾਂ ਅਸੀਂ ਫਸਾਂਗੇ, ਫਿਰ ਕੋਈ ਨਾ ਕੋਈ ਗਲਤੀਆਂ ਹੋ ਹੀ ਜਾਂਦੀਆਂ ਗੁਰੂ ਪਿਆਰਿਓ। ਇਸ ਕਰਕੇ ਵਾਹਿਗੁਰੂ ਨੂੰ ਕਦੇ ਨਾ ਭੁੱਲੋ, ਪਰਮੇਸ਼ਵਰ ਨੂੰ ਕਦੇ ਨਾ ਭੁੱਲੋ। ਵੱਡੇ ਸੰਘਰਸ਼ ਲੜ ਰਹੇ ਹਾਂ, ਪਰਮੇਸ਼ਵਰ ਨੂੰ ਹਰ ਵਕਤ ਚੇਤੇ ਰੱਖੋ, ਕਿਉਂਕਿ ਪਰਮੇਸ਼ਵਰ ਤੋਂ ਅਸੀਂ ਨਹੀਂ ਬਚ ਸਕਦੇ। ਦੁਨੀਆ ਦੇ ਬਾਦਸ਼ਾਹਾਂ ਤੋਂ ਪਰਮੇਸ਼ਵਰ ਸਾਨੂੰ ਬਚਾ ਸਕਦਾ, ਸਾਨੂੰ ਸੰਜਮ ਦੇ ਸਕਦਾ ਹੈ, ਸਾਨੂੰ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਤਾਕਤ ਦੇ ਸਕਦਾ ਹੈ, ਸਾਨੂੰ ਗੁਰੂ ਪਿਆਰਿਓ ਠੰਮਾ ਦੇ ਸਕਦਾ ਹੈ, ਸਾਨੂੰ ਸਬਰ ਦੇ ਸਕਦਾ ਹੈ, ਸਾਨੂੰ ਦੁੱਖਾਂ ਤਕਲੀਫਾਂ ਨਾਲ ਲੜਨ ਦੀ ਤਾਕਤ ਦੇ ਸਕਦਾ ਹੈ, ਸਾਨੂੰ ਪਰਮੇਸ਼ਵਰ ਬਚਾ ਸਕਦਾ ਹੈ। ਇਸ ਕਰਕੇ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖੋ, ਅਕਾਲ ਪੁਰਖ ਨੂੰ ਹਮੇਸ਼ਾ ਯਾਦ ਰੱਖੋ, ਉਹਨੂੰ ਨਾ ਭੁੱਲੋ ਗੁਰੂ ਪਿਆਰਿਓ। ਜੇ ਉਹਨੂੰ ਭੁੱਲ ਗਏ ਤੇ ਫਿਰ ਤੁਸੀਂ ਦੁਨੀਆ ਦੇ ਬਾਦਸ਼ਾਹਾਂ ਤੋਂ ਵੀ ਬਚ ਨਹੀਂ ਸਕਦੇ। ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਸਾਨੂੰ ਇਹ ਦੱਸਦੇ ਨੇ। ਅੱਗੇ ਆਖਦੇ ਨੇ, ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਾ ਹਿਰਦਾ, ਤਿਨ ਰਹਿੰਦੇ ਖੁਰਦੇ ਆਨ ਸਭ ਭਗਤਾਂ ਅੱਗੇ ਖਲਵਾਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਾ ਹਿਰਦਾ। ਐਸਾ ਕਹਿੰਦੇ ਵਾਹਿਗੁਰੂ ਬਾਦਸ਼ਾਹ ਭਗਤਾਂ ਦੇ ਹਿਰਦੇ 'ਚ ਵਸਿਆ। ਤੇ ਜਦੋਂ ਵਸ ਗਿਆ ਭਗਤਾਂ ਦੇ ਹਿਰਦੇ 'ਚ ਐਸਾ ਵਾਹਿਗੁਰੂ, ਤਿੰਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਉਸ ਵਾਹਿਗੁਰੂ ਨੇ ਕਹਿੰਦੇ ਜਿਹੜੇ ਰਹਿੰਦੇ ਖੁੰਦੇ ਸੀ ਨਾ, ਉਹ ਵੀ ਕਹਿੰਦੇ ਭਗਤਾਂ ਦੇ ਅੱਗੇ ਜਾ ਕੇ ਖੜੇ ਕਰਤੇ ਵੀ ਆਹ ਭਾਈ ਚੱਕੋ। ਜਿਹੜੇ ਰਹਿੰਦੇ ਖੁੰਦੇ ਸੀ, ਰਹਿੰਦ ਖੂੰਦ, ਜਿਹੜੀ ਰਹਿੰਦ ਖੂੰਦ ਹੁੰਦੀ ਹੈ ਨਾ, ਮੈਂ ਨਹੀਂ ਮੰਨਦੀ ਕਿਸੇ ਨੂੰ, ਰਹਿੰਦ ਖੂੰਦ ਹੁੰਦੀ ਆ, ਮੈਂ ਨਹੀਂ ਮੰਨਦੀ ਕਿਸੇ ਨੂੰ, ਅਸੀਂ ਨਹੀਂ ਜਾਣਦੇ ਇਹਨੂੰ, ਅਸੀਂ ਨਹੀਂ ਮੰਨਦੇ ਇਹਨੂੰ, ਕਹਿੰਦੇ ਉਹ ਵੀ ਪਰਮੇਸ਼ਵਰ ਕਹਿੰਦੇ ਅੱਗੇ ਖੜੇ ਕਰ ਦਿੰਦਾ ਹੈ। ਜੇ ਕਹਿੰਦੇ ਵਾਹਿਗੁਰੂ ਹਿਰਦੇ 'ਚ ਵਸ ਗਿਆ, ਪਰਮੇਸ਼ਵਰ ਹਿਰਦੇ 'ਚ ਵਸ ਗਿਆ। ਹਰ ਨਾਮ ਕੀ ਵਡਿਆਈ ਕਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲਾ ਕਿਨ ਧਿਆਇਆ। ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ। ਵਾਹਿਗੁਰੂ ਦੇ ਨਾਮ ਦੀ ਵਡਿਆਈ ਜਿਹੜੀ ਹੈ ਨਾ, ਇਹ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ ਭਾਈ ਪੁਰਖੋ, ਬਖਸ਼ਿਸ਼ ਨਾਲ, ਕਿਰਪਾ ਨਾਲ। ਗੁਰਮੁਖ ਵਿਰਲਾ ਕਿਨਾਂ ਧਿਆਇਆ। ਪਰ ਗੁਰੂ ਦੇ ਸਨਮੁਖ ਬੈਠਣ ਵਾਲੇ ਬਿਰਲੇ ਬਿਰਲੇ ਹੁੰਦੇ ਆ ਜਿਹੜੇ ਵਾਹਿਗੁਰੂ ਨੂੰ ਧਿਆਉਂਦੇ ਆ। ਧਿਆਉਣਾ ਚਾਹੀਦਾ ਗੁਰੂ ਪਿਆਰਿਓ। ਆ ਜਿਹੜਾ ਅਸੀਂ ਸੰਗਤ ਕਰ ਰਹੇ ਹਾਂ ਨਾ, ਇਹ ਵੀ ਇੱਕ ਕਿਸਮ ਦਾ ਵਾਹਿਗੁਰੂ ਨੂੰ ਧਿਆ ਰਹੇ ਹਾਂ, ਵਾਹਿਗੁਰੂ ਨੂੰ ਧਿਆ ਰਹੇ ਹਾਂ। ਸਾਡੇ ਤੇ ਕਿਰਪਾ ਹੈ, ਬਖਸ਼ਿਸ਼ ਹੈ, ਤਾਂ ਹੀ ਸੰਗਤ 'ਚ ਆ ਕੇ ਬੈਠੇ ਹਾਂ ਅਸੀਂ ਗੁਰੂ ਪਿਆਰਿਓ। ਨਹੀਂ ਅਸੀਂ ਵੀ ਘਰੇ ਬੈਠੇ ਹੋਣਾ ਸੀ, ਅਸੀਂ ਵੀ ਗੁਰੂ ਪਿਆਰਿਓ TV ਬੰਦ ਕਰਕੇ ਤੇ ਕਿਤੇ ਹੋਰ ਕੰਮ ਕਾਰ ਕਰਦੇ ਤੁਰੇ ਫਿਰਨਾ ਸੀ ਵੀ ਚਲੋ ਛੱਡੋ ਪਰੇ, ਟਾਈਮ ਹੈ ਨਹੀਂ ਕਥਾ ਸੁਣਨ ਦਾ, ਕੀਰਤਨ ਸੁਣਨ ਦਾ। ਇਹ ਬਖਸ਼ਿਸ਼ ਹੈ ਸਾਡੇ ਤੇ ਜੇ ਅਸੀਂ ਸੁਣ ਰਹੇ ਹਾਂ ਗੁਰੂ ਪਿਆਰਿਓ ਗੁਰੂ ਦੇ ਬੋਲ, ਗੁਰੂ ਦੇ ਸ਼ਬਦ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪੌੜੀ ਦੇ ਵਿੱਚ ਸਿੱਖਿਆ ਦਿੱਤੀ ਹੈ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਸ਼ਲੋਕਾਂ ਦੇ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪੌੜੀ ਦੇ ਵਿੱਚ ਸਾਨੂੰ ਅੱਜ ਗੁਰੂ ਪਿਆਰਿਓ ਸਮਝਾਇਆ, ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮੁੱਖ ਵਾਕ ਹੁਕਮ ਸਾਡੀ ਝੋਲੀ ਪਿਆ ਗੁਰੂ ਪਿਆਰਿਓ। ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦੇ ਹਾਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਡੇ ਤੇ ਕਿਰਪਾ ਕਰਨੀ, ਸਾਨੂੰ ਸੰਗਤ ਕਰਨ ਦਾ ਮਾਣ ਬਖਸ਼ਣਾ, ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਆਖਰੀਆਂ ਪੰਕਤੀਆਂ ਪੜ੍ਹ ਕੇ ਗੁਰੂ ਪਿਆਰਿਓ ਸਮਾਪਤੀ ਕਰੀਏ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਾ ਹਿਰਦਾ,
ਤਿਨ ਰਹਿ ਦੇਖ ਹੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ ਗੁਰਮੁਖ ਵਿਰਲੇ ਕਿਨੈ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ